ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਸ਼ੇਖਰ ਆ। ਮੇਰੇ ਮਾਤਾ ਪਿਤਾ ਇਸ ਦੁਨੀਆ ਵਿੱਚ ਨਹੀਂ ਸੀ। ਮੈਂ ਆਪਣੀ ਪੂਰੀ ਜ਼ਿੰਦਗੀ ਆਪਣੇ ਮਾਤਾ ਪਿਤਾ ਤੋਂ ਬਿਨਾਂ ਗੁਜ਼ਾਰੀ ਸੀ। ਮੈਂ ਉਸ ਵਕਤ 5 ਸਾਲ ਦਾ ਸੀ ਜਦੋਂ ਮੇਰੀ ਮਾਤਾ ਪਿਤਾ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਉਸ ਵਕਤ ਮੇਰੀ ਦਾਦੀ ਜਿਉਂਦੀ ਸੀ। ਮੇਰੀ ਦਾਦੀ ਨੇ ਮੇਰੀ 18 ਸਾਲ ਦੀ ਉਮਰ ਤੱਕ ਪਰਵਰਿਸ਼ ਕੀਤੀ। ਮੇਰੀ ਦਾਦੀ ਲੋਕਾਂ ਦੇ ਘਰਾਂ 'ਚ ਝਾੜੂ ਪੋਚਾ ਕਰਦੀ ਸੀ ਕਿਉਂਕਿ ਮੇਰੇ ਪਾਪਾ ਦਾ ਸ਼ੁਰੂ ਤੋਂ ਹੀ ਜ਼ਿਆਦਾ ਵੱਡਾ ਕਾਰੋਬਾਰ ਨਹੀਂ ਸੀ। ਪਹਿਲਾਂ ਤਾਂ ਕਮਾਉਣ ਵਾਲੇ ਪਾਪਾ ਸੀ, ਪਰ ਪਾਪਾ ਦੀ ਮੌਤ ਤੋਂ ਬਾਅਦ ਦਾਦੀ ਬਿਲਕੁਲ ਇਕੱਲੀ ਰਹਿ ਗਈ। ਉਹਨਾਂ ਉੱਪਰ ਪੋਤੇ ਦੀ ਜ਼ਿੰਮੇਵਾਰੀ ਵੀ ਸੀ। ਇਸ ਲਈ ਦਾਦੀ ਨੇ ਲੋਕਾਂ ਦੇ ਘਰਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਘਰਾਂ ਵਿੱਚ ਮੇਰੀ ਦਾਦੀ ਕੰਮ ਕਰਦੀ ਸੀ, ਉਹ ਲੋਕ ਮੇਰੀ ਦਾਦੀ ਨੂੰ ਪੈਸੇ ਦੇ ਦਿੰਦੇ ਸੀ ਅਤੇ ਅਸੀਂ ਪੈਸਿਆਂ ਨਾਲ ਦਾਦੀ ਪੁੱਤ ਆਪਣਾ ਗੁਜ਼ਾਰਾ ਕਰ ਲੈਂਦੇ ਸੀ। ਦਾਦੀ ਨੇ ਮੈਨੂੰ ਪੜ੍ਹਾਇਆ ਵੀ ਸੀ। 18 ਸਾਲ ਦੀ ਉਮਰ ਤੱਕ ਮੈਂ ਸਰਕਾਰੀ ਸਕੂਲ 'ਚ 10ਵੀਂ ਕਲਾਸ ਪਾਸ ਕਰ ਲਈ। ਫਿਰ ਮੈਂ ਆਪਣੇ ਮੁਹੱਲੇ 'ਚ ਇੱਕ ਆਦਮੀ ਕੋਲੋਂ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖਣ ਲੱਗ ਗਿਆ। ਮੇਰੀ ਦਾਦੀ ਨੇ ਉਸ ਆਦਮੀ ਨੂੰ ਕਿਹਾ ਸੀ ਕਿ ਮੇਰੇ ਪੋਤੇ ਨੂੰ ਚੰਗੀ ਤਰ੍ਹਾਂ ਕੰਮ ਸਿਖਾਇਓ ਤਾਂ ਜੋ ਇਹ ਅੱਗੇ ਜਾ ਕੇ ਕਾਮਯਾਬ ਬਣ ਸਕੇ। ਮੈਂ ਜਿਸ ਦੁਕਾਨ 'ਤੇ ਕੰਮ ਕਰਦਾ ਸੀ ਉਹ ਮੈਨੂੰ ਸੈਲਰੀ ਤਾਂ ਨਹੀਂ ਦਿੰਦੇ ਸੀ, ਪਰ ਮਹੀਨੇ ਬਾਅਦ ਥੋੜ੍ਹੇ ਬਹੁਤੇ ਪੈਸੇ ਦੇ ਦਿੰਦੇ। ਮੈਂ ਉਹ ਪੈਸੇ ਦਾਦੀ ਨੂੰ ਦੇ ਦਿੰਦਾ ਤਾਂ ਦਾਦੀ ਖੁਸ਼ ਹੋ ਜਾਂਦੀ। ਹੌਲੀ ਹੌਲੀ ਮੈਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਮੈਂ ਚੰਗੀ ਤਰ੍ਹਾਂ ਕੰਮ ਸਿੱਖ ਗਿਆ ਸੀ ਅਤੇ ਹੁਣ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਨ ਚਲਾ ਜਾਂਦਾ ਸੀ ਅਤੇ ਆਪਣੀ ਸਾਰੀ ਕਮਾਈ ਦਾਦੀ ਨੂੰ ਲਿਆ ਕੇ ਦਿੰਦਾ ਸੀ। ਹੁਣ ਦਾਦੀ ਨੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਕਿਉਂਕਿ ਉਹ ਬਹੁਤ ਜ਼ਿਆਦਾ ਬੁੱਢੀ ਹੋ ਗਈ ਸੀ। ਪਰ ਸਾਰੀ ਜ਼ਿੰਦਗੀ ਮੇਰੀ ਦਾਦੀ ਨੇ ਮੇਰੇ ਲਈ ਬਹੁਤ ਕੁਝ ਕੀਤਾ ਸੀ। ਮੈਂ ਆਪਣੇ ਮੰਮੀ ਪਾਪਾ ਨੂੰ ਜ਼ਿਆਦਾ ਨਹੀਂ ਦੇਖਿਆ ਸੀ। ਮੈਂ ਆਪਣੀ ਦਾਦੀ ਨੂੰ ਹੀ ਆਪਣਾ ਸਭ ਕੁਝ ਮੰਨਦਾ ਸੀ। ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦਾ ਸੀ। ਫਿਰ ਇੱਕ ਦਿਨ ਅਜਿਹਾ ਆਇਆ ਕਿ ਮੇਰੀ ਦਾਦੀ ਇਸ ਦੁਨੀਆ ਤੋਂ ਚਲੀ ਗਈ। ਮੇਰੀ ਦਾਦੀ ਨੇ ਮੰਮੀ ਪਾਪਾ ਦੀ ਮੌਤ ਤੋਂ ਬਾਅਦ ਮੈਨੂੰ ਪਾਲਿਆ ਪੋਸਿਆ, ਮੇਰੇ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕੀਤਾ ਅਤੇ ਮੈਨੂੰ ਪੜ੍ਹਾਇਆ, ਮੇਰੀ ਪਰਵਰਿਸ਼ ਕੀਤੀ। ਪਰ ਹੁਣ ਜਦੋਂ ਉਸ ਦਾ ਵਧੀਆ ਸਮਾਂ ਆਇਆ ਤਾਂ ਉਹ ਇਸ ਦੁਨੀਆ ਤੋਂ ਚਲੀ ਗਈ। ਮੈਂ ਇੰਨਾ ਵੱਡਾ ਤਾਂ ਹੋ ਗਿਆ ਸੀ ਕਿ ਮੇਰੀ ਦਾਦੀ ਮੇਰੇ ਲਈ ਕੋਈ ਕੁੜੀ ਲੱਭ ਕੇ ਮੇਰਾ ਵਿਆਹ ਕਰ ਦਿੰਦੀ, ਪਰ ਸ਼ਾਇਦ ਇਹ ਉਹਨਾਂ ਦੇ ਭਾਗਾਂ 'ਚ ਨਹੀਂ ਸੀ। ਆਪਣੇ ਪੋਤੇ ਦਾ ਵਿਆਹ ਨਹੀਂ ਦੇਖ ਸਕੀ, ਬਲਕਿ ਉਹ ਦੁਨੀਆ ਤੋਂ ਚਲੀ ਗਈ। ਦਾਦੀ ਦੀ ਮੌਤ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਉਦਾਸ ਰਹਿੰਦਾ ਸੀ। ਮੈਂ ਜਿਸ ਪਿੰਡ ਵਿੱਚ ਰਹਿੰਦਾ ਸੀ ਉਹ ਪਿੰਡ ਬਹੁਤ ਛੋਟਾ ਸੀ, ਇਸ ਲਈ ਉਸ ਪਿੰਡ ਵਿੱਚ ਜ਼ਿਆਦਾ ਕੰਮ ਨਹੀਂ ਹੁੰਦਾ ਸੀ। ਮੈਂ ਸ਼ਹਿਰ ਜਾ ਕੇ ਕੰਮ ਕਰਦਾ ਸੀ। ਲੋਕ ਮੈਨੂੰ ਲਾਈਟ ਫਿਟਿੰਗ ਦੇ ਲਈ ਬੁਲਾਉਂਦੇ। ਲੋਕਾਂ ਦੇ ਘਰ ਮੈਂ ਬੁਕਿੰਗ 'ਤੇ ਕੰਮ ਕਰਨ ਜਾਂਦਾ। ਮੇਰੀ ਕੋਈ ਪੱਕੀ ਨੌਕਰੀ ਨਹੀਂ ਸੀ। ਜਦੋਂ ਮੈਂ ਕੰਮ ਕਰਨ ਲਈ ਘਰੋਂ ਨਿਕਲਦਾ ਤਾਂ ਮੈਨੂੰ 4-5 ਘੰਟੇ ਲੱਗ ਜਾਂਦੇ, ਕਦੇ ਕਦੇ ਪੂਰਾ ਦਿਨ ਵੀ ਲੰਘ ਜਾਂਦਾ। ਇੱਕ ਦਿਨ ਮੈਨੂੰ ਕਾਲਜ ਵਿੱਚ ਲਾਈਟ ਫਿਟਿੰਗ ਦੇ ਲਈ ਬੁਲਾਇਆ ਗਿਆ। ਜਦੋਂ ਮੈਂ ਕਾਲਜ ਵਿੱਚ ਕੰਮ ਕਰਨ ਦੇ ਲਈ ਗਿਆ ਤਾਂ ਮੈਂ ਆਪਣੇ ਕੰਮ 'ਚ ਬਿਜੀ ਸੀ। ਜਦੋਂ ਮੈਂ ਕੰਮ ਕਰ ਰਿਹਾ ਸੀ ਤਾਂ ਉਸ ਟਾਈਮ ਕਾਲਜ ਦੀ ਟਾਈਮਿੰਗ ਚੱਲ ਰਹੀ ਸੀ ਅਤੇ ਸਟੂਡੈਂਟ ਕਾਲਜ ਵਿੱਚ ਪੜ੍ਹਾਈ ਕਰ ਰਹੇ ਸੀ। ਫਿਰ ਛੁੱਟੀ ਦਾ ਟਾਈਮ ਹੋ ਗਿਆ ਤਾਂ ਸਾਰੇ ਸਟੂਡੈਂਟ ਆਪਣੇ ਆਪਣੇ ਕਲਾਸਰੂਮ ਵਿੱਚੋਂ ਬਾਹਰ ਚਲੇ ਗਏ। ਉਸ ਵਕਤ ਮੇਰੀ ਨਜ਼ਰ ਇੱਕ ਕੁੜੀ 'ਤੇ ਪਈ। ਉਸ ਕੁੜੀ ਦੀ ਉਹ ਵੀ ਸਟੂਡੈਂਟ ਸੀ। ਸੋਹਣੀ ਸੀ। ਉਸ ਨੂੰ ਦੇਖ ਕੇ ਪਹਿਲੀ ਨਜ਼ਰ ਵਿੱਚ ਹੀ ਮੈਂ ਆਪਣਾ ਦਿਲ ਗਵਾ ਬੈਠਾ। ਪਤਾ ਨਹੀਂ ਕਿਉਂ ਉਹ ਮੈਨੂੰ ਇੰਨੀ ਪਸੰਦ ਕਿਉਂ ਆ ਗਈ। ਮੈਂ ਉਸ ਨੂੰ ਬਹੁਤ ਗੌਰ ਨਾਲ ਦੇਖ ਰਿਹਾ ਸੀ ਅਤੇ ਉਹ ਵੀ ਮੇਰੇ ਵੱਲ ਬੜੀ ਗੌਰ ਨਾਲ ਦੇਖ ਰਹੀ ਸੀ। ਫਿਰ ਮੈਂ ਉਸ ਨੂੰ ਦੇਖ ਕੇ ਪਿਆਰੀ ਜੀ ਸਮਾਈਲ ਪਾਸ ਕੀਤੀ ਤਾਂ ਉਹ ਵੀ ਮੁਸਕਰਾਉਣ ਲੱਗ ਗਈ। ਉਸ ਦਿਨ ਮੇਰਾ ਕੰਮ 4 ਘੰਟਿਆਂ 'ਚ ਹੀ ਖਤਮ ਨਹੀਂ ਹੋਇਆ ਸੀ। ਅਗਲੇ ਦਿਨ ਫਿਰ ਮੈਂ ਕਾਲਜ ਵਿੱਚ ਕੰਮ ਕਰਨ ਦੇ ਲਈ ਗਿਆ ਤਾਂ ਉਹ ਕੁੜੀ ਮੇਰੇ ਸਾਹਮਣੇ ਆ ਗਈ ਅਤੇ ਮੈਂ ਉਸ ਨਾਲ ਗੱਲ ਕਰਨ ਲਈ ਬੇਚੈਨ ਹੋ ਰਿਹਾ ਸੀ। ਮੈਂ ਚਾਹੁੰਦਾ ਸੀ ਕਿ ਕਿਸੇ ਵੀ ਤਰ੍ਹਾਂ ਮੇਰੀ ਉਸ ਕੁੜੀ ਨਾਲ ਗੱਲਬਾਤ ਸ਼ੁਰੂ ਹੋ ਜਾਵੇ ਕਿਉਂਕਿ ਉਹ ਕੁੜੀ ਮੈਨੂੰ ਪਸੰਦ ਆ ਗਈ ਸੀ। ਮੈਂ ਉਸ ਨੂੰ ਕਿਸੇ ਵੀ ਤਰ੍ਹਾਂ ਹਾਸਲ ਕਰਨਾ ਚਾਹੁੰਦਾ ਸੀ। ਫਿਰ ਇੱਕ ਦਿਨ ਸਾਡੇ ਵਿੱਚ ਗੱਲਬਾਤ ਸ਼ੁਰੂ ਹੋ ਗਈ। ਕਾਲਜ ਵਿੱਚ ਤਾਂ ਮੇਰਾ ਕੰਮ ਖਤਮ ਹੋ ਗਿਆ, ਪਰ ਅਸੀਂ ਇੱਕ ਦੂਜੇ ਨੂੰ ਆਪਣੇ ਮੋਬਾਈਲ ਨੰਬਰ ਸ਼ੇਅਰ ਕਰ ਦਿੱਤੇ। ਫਿਰ ਅਸੀਂ ਇੱਕ ਦੂਜੇ ਨਾਲ ਫ਼ੋਨ 'ਤੇ ਗੱਲ ਕਰਦੇ ਸੀ। ਮੈਨੂੰ ਉਸ ਦੀਆਂ ਗੱਲਾਂ ਬਹੁਤ ਪਸੰਦ ਆਉਂਦੀਆਂ। ਉਹ ਕਾਲਜ ਵਿੱਚ MSc ਕਰ ਰਹੀ ਸੀ ਅਤੇ ਉਸ ਦਾ ਲਾਸਟ ਈਅਰ ਚੱਲ ਰਿਹਾ ਸੀ। ਉਸ ਸਮੇਂ ਤਾਂ ਸਾਡੇ ਵਿੱਚ ਖੂਬ ਗੱਲਬਾਤ ਹੁੰਦੀ ਸੀ। ਮੈਂ ਵੀ ਬਹਾਨੇ ਨਾਲ ਕਾਲਜ ਦੇ ਅੱਗੇ ਜਾ ਕੇ ਖੜ੍ਹ ਜਾਂਦਾ। ਉਸ ਕੁੜੀ ਨਾਲ ਗੱਲ ਕਰਨ ਦੇ ਲਈ ਰੋਜ਼ ਸ਼ਹਿਰ ਚਲਾ ਜਾਂਦਾ। ਉਸ ਨਾਲ ਗੱਲ ਕਰਕੇ ਮੇਰਾ ਮਨ ਹਲਕਾ ਹੋ ਜਾਂਦਾ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਹੌਲੀ ਹੌਲੀ ਮੇਰਾ ਇਕੱਲਾਪਣ ਦੂਰ ਹੋ ਰਿਹਾ। ਮੈਂ ਉਸ ਨੂੰ ਪਿਆਰ ਕਰਨ ਲੱਗ ਗਿਆ। ਉਸ ਨੇ ਦੱਸਿਆ ਸੀ ਕਿ ਉਸ ਦੇ ਪਾਪਾ ਬਹੁਤ ਅਮੀਰ ਆ ਅਤੇ ਉਹਨਾਂ ਦਾ ਘਰ ਵੀ ਬਹੁਤ ਵੱਡਾ। ਉਹ 2 ਭਰਾਵਾਂ ਦੀ ਇਕਲੌਤੀ ਭੈਣ ਆ।
ਉਸਨੇ ਕਿਹਾ ਕਿ ਮੇਰੇ ਭਰਾ ਮੈਨੂੰ ਬਹੁਤ ਪਿਆਰ ਕਰਦੇ ਆ, ਮੇਰੀਆਂ ਛੋਟੀਆਂ ਛੋਟੀਆਂ ਖਵਾਇਸ਼ਾਂ ਦਾ ਧਿਆਨ ਰੱਖਦੇ ਆ। ਮੈਂ ਉਸ ਨਾਲ ਵਾਅਦਾ ਕੀਤਾ ਕਿ ਮੈਂ ਵੀ ਤੇਰੀਆਂ ਖਵਾਇਸ਼ਾਂ ਪੂਰੀਆਂ ਕਰਿਆ ਕਰਾਂਗਾ। ਮੈਂ ਤੇਰੇ ਪਾਪਾ ਦੀ ਤਰ੍ਹਾਂ ਅਮੀਰ ਇਨਸਾਨ ਤਾਂ ਨਹੀਂ ਆ, ਪਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੈਨੂੰ ਖੁਸ਼ ਰੱਖ ਸਕਾਂ, ਤੈਨੂੰ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਨਾ ਹੋਵੇਗੀ। ਮੇਰੀ ਗੱਲ ਸੁਣ ਕੇ ਉਹ ਹੱਸਣ ਲੱਗ ਜਾਂਦੀ ਅਤੇ ਕਹਿੰਦੀ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਜਿਸ ਨਾਲ ਪਿਆਰ ਕੀਤਾ ਜਾਂਦਾ ਉਸ ਨਾਲ ਹਰ ਹਾਲਾਤ ਵਿੱਚ ਗੁਜ਼ਾਰਾ ਕਰਨਾ ਪੈਂਦਾ। ਜਿਵੇਂ ਦੇ ਵੀ ਹਾਲਾਤ ਹੋਣਗੇ ਮੈਂ ਤੇਰਾ ਸਾਥ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਮੈਂ ਉਸ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋ ਜਾਂਦਾ। ਉਹ ਕਦੇ ਵੀ ਮੇਰੇ ਤੋਂ ਅਲੱਗ ਹੋਣ ਦੀ ਗੱਲ ਨਹੀਂ ਕਰਦੀ ਸੀ। ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਇੱਕ ਦੂਜੇ ਲਈ ਕੁਝ ਵੀ ਕਰਨ ਨੂੰ ਤਿਆਰ ਸੀ। ਉਸ ਕੁੜੀ ਦਾ ਨਾਮ ਰੇਖਾ ਸੀ। ਰੇਖਾ ਜਿੰਨੀ ਦੇਖਣ 'ਚ ਸੋਹਣੀ ਸੀ ਓਨਾ ਹੀ ਉਸ ਦਾ ਮਨ ਸੋਹਣਾ ਸੀ। ਪਰ ਅਜੀਬ ਗੱਲ ਇਹ ਸੀ ਕਿ ਕੁਝ ਦਿਨ ਮੈਂ ਉਸ ਦੇ ਕਾਲਜ ਦੇ ਮੂਹਰੇ ਜਾ ਕੇ ਖੜ੍ਹ ਜਾਂਦਾ, ਪਰ ਉਸ ਨੇ ਅਚਾਨਕ ਹੀ ਕਾਲਜ ਆਉਣਾ ਜਾਣਾ ਬੰਦ ਕਰ ਦਿੱਤਾ। ਫਿਰ ਮੈਨੂੰ ਪਤਾ ਲੱਗਿਆ ਕਿ ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਆ। ਮੈਂ ਵਾਰ-ਵਾਰ ਉਸ ਦਾ ਨੰਬਰ ਟਰਾਈ ਕਰ ਰਿਹਾ ਸੀ, ਪਰ ਉਸ ਦਾ ਨੰਬਰ ਵੀ ਸਵਿਚ ਆਫ ਆ ਰਿਹਾ ਸੀ। ਮੇਰੇ ਕੋਲੋਂ ਉਸ ਦੇ ਮੋਬਾਈਲ ਨੰਬਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਜਿਸ ਦੇ ਥਰੂ ਮੈਂ ਉਸ ਤੱਕ ਪਹੁੰਚ ਸਕਾਂ। ਮੈਂ ਹਰ ਰੋਜ਼ ਉਸ ਦਾ ਨੰਬਰ ਟਰਾਈ ਕਰਦਾ, ਹਰ ਰੋਜ਼ ਕਾਲਜ ਦੇ ਅੱਗੇ ਜਾ ਕੇ ਖੜ੍ਹ ਜਾਂਦਾ ਅਤੇ ਕਦੇ ਤਾਂ ਉਹ ਕਾਲਜ ਆਵੇਗੀ। ਪਰ ਕਈ ਦਿਨ ਲੰਘ ਗਏ, ਉਸ ਦਾ ਕੋਈ ਅਤਾ ਪਤਾ ਨਹੀਂ ਸੀ। ਮੈਂ ਬਹੁਤ ਪਰੇਸ਼ਾਨ ਹੋ ਗਿਆ ਕਿ ਅਚਾਨਕ ਰੇਖਾ ਕਿੱਥੇ ਚਲੀ ਗਈ, ਕਿਤੇ ਉਹ ਮੈਨੂੰ ਭੁੱਲ ਤਾਂ ਨਹੀਂ ਗਈ। ਪਰ ਮੈਨੂੰ ਆਪਣੇ ਪਿਆਰ 'ਤੇ ਪੂਰਾ ਭਰੋਸਾ ਸੀ ਕਿ ਕਿਸੇ ਨਾ ਕਿਸੇ ਦਿਨ ਉਹ ਮੇਰੇ ਸਾਹਮਣੇ ਜ਼ਰੂਰ ਆਵੇਗੀ। ਇਸੇ ਉਮੀਦ ਦੇ ਨਾਲ ਮੈਂ ਰੋਜ਼ ਕਾਲਜ ਦੇ ਮੂਹਰੇ ਜਾ ਕੇ ਖੜ੍ਹ ਜਾਂਦਾ ਸੀ। ਫਿਰ ਇੱਕ ਦਿਨ ਮੇਰੀ ਇਹ ਉਮੀਦ ਗਲਤ ਸਾਬਤ ਨਹੀਂ ਹੋਈ ਸੀ। ਰੇਖਾ ਨੇ ਖੁਦ ਹੀ ਮੈਨੂੰ ਫੋਨ ਕੀਤਾ ਅਤੇ ਕਿਹਾ ਕਿ ਤੂੰ ਕਿੱਥੇ ਆ, ਮੈਂ ਕਾਲਜ ਦੇ ਬਾਹਰ ਤੇਰੀ ਉਡੀਕ ਕਰ ਰਹੀ ਹਾਂ। ਜਦ ਕਿ ਮੈਂ ਹਮੇਸ਼ਾ ਕਾਲਜ ਦੇ ਆਸ-ਪਾਸ ਹੀ ਫਿਰਦਾ ਰਹਿੰਦਾ ਸੀ। ਮੈਂ ਜਲਦੀ ਨਾਲ ਕਾਲਜ ਦੇ ਗੇਟ ਅੱਗੇ ਪਹੁੰਚ ਗਿਆ ਅਤੇ ਰੇਖਾ ਮੈਨੂੰ ਮਿਲ ਗਈ। ਰੇਖਾ ਨੂੰ ਦੇਖ ਕੇ ਮੈਨੂੰ ਸਕੂਨ ਦਾ ਸਾਹ ਆਇਆ। ਮੈਂ ਕਿਹਾ, ਰੇਖਾ ਤੂੰ ਕਿੱਥੇ ਚਲੀ ਗਈ ਸੀ? ਤੈਨੂੰ ਪਤਾ ਮੈਂ ਹਰ ਰੋਜ਼ ਤੈਨੂੰ ਕਾਲਜ ਦੇ ਸਾਹਮਣੇ ਮਿਲਣ ਦੇ ਲਈ ਆਉਣਾ ਅਤੇ ਹਰ ਸਮੇਂ ਤੈਨੂੰ ਕਾਲ ਕਰਦਾ ਅਤੇ ਤੈਨੂੰ ਲੱਭਣ ਦੀ ਕੋਸ਼ਿਸ਼ ਕਰਦਾ ਸੀ, ਪਰ ਤੇਰਾ ਕੁਝ ਅਤਾ ਪਤਾ ਹੀ ਨਹੀਂ ਸੀ। ਰੇਖਾ ਨੇ ਕਿਹਾ, ਸ਼ੇਖਰ ਮੈਨੂੰ ਮਾफ़ ਕਰ ਦੇ। ਦਰਅਸਲ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਮੇਰੇ ਪੇਰੈਂਟਸ ਨੇ ਮੇਰਾ ਰਿਸ਼ਤਾ ਕਿਤੇ ਹੋਰ ਤੈਅ ਕਰ ਦਿੱਤਾ, ਪਰ ਅੱਜ ਮੈਂ ਸਭ ਕੁਝ ਪਿੱਛੇ ਛੱਡ ਕੇ ਤੈਨੂੰ ਮਿਲਣ ਦੇ ਲਈ ਆ ਗਈ। ਮੈਂ ਆਪਣੇ ਪੇਰੈਂਟਸ ਨੂੰ ਕਿਹਾ ਕਿ ਮੈਂ ਤੁਹਾਡੀ ਮਰਜ਼ੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ, ਪਰ ਉਹ ਮੈਨੂੰ ਜ਼ਬਰਦਸਤੀ ਵਿਆਹ ਕਰਵਾਉਣ ਲਈ ਤਿਆਰ ਕਰ ਰਹੇ ਸੀ। ਪਰ ਮੈਂ ਨਹੀਂ ਮੰਨੀ। ਮੈਂ ਦਿਨ ਰਾਤ ਤੈਨੂੰ ਬਹੁਤ ਯਾਦ ਕਰਦੀ ਸੀ। ਮੈਂ ਤੇਰੇ ਨਾਲ ਕੰਟੈਕਟ ਇਸ ਲਈ ਨਹੀਂ ਕੀਤਾ ਕਿਉਂਕਿ ਜੇ ਮੇਰੀ ਫੈਮਿਲੀ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਤੇਰੇ ਨਾਲ ਅਫੇਅਰ ਚੱਲ ਰਿਹਾ ਤਾਂ ਉਹ ਤੈਨੂੰ ਜਾਣ ਤੋਂ ਮਾਰ ਦਿੰਦੇ। ਮੈਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦੀ, ਇਸ ਲਈ ਮੈਂ ਇਹ ਫੈਸਲਾ ਕੀਤਾ। ਮੈਂ ਕਿਹਾ ਕਿ ਕੀ ਫੈਸਲਾ ਕੀਤਾ? ਉਸਨੇ ਕਿਹਾ ਕਿ ਤੂੰ ਮੈਨੂੰ ਭਜਾ ਕੇ ਆਪਣੇ ਘਰ ਲੈ ਜਾ। ਮੇਰੀ ਫੈਮਿਲੀ ਵਾਲੇ ਤੇਰੇ ਬਾਰੇ ਨਹੀਂ ਜਾਣਦੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਉਹਨਾਂ ਦੀ ਬੇਟੀ ਕਿਹਦੇ ਨਾਲ ਭੱਜ ਗਈ। ਮੈਂ ਆਪਣੇ ਘਰ ਤੋਂ ਸਮਾਨ ਆਪਣਾ ਲੈ ਕੇ ਆਈ ਹਾਂ। ਹੁਣ ਮੈਂ ਵਾਪਸ ਨਹੀਂ ਜਾਣਾ ਚਾਹੁੰਦੀ। ਜੇ ਮੈਂ ਵਾਪਸ ਚਲੀ ਗਈ ਤਾਂ ਉਹ ਮੇਰਾ ਵਿਆਹ ਕਿਸੇ ਹੋਰ ਨਾਲ ਕਰ ਦੇਣਗੇ, ਪਰ ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾ ਸਕਦੀ। ਮੈਂ ਤਾਂ ਸਿਰਫ ਤੈਨੂੰ ਸੱਚੀ ਮੁਹੱਬਤ ਕਰਦੀ ਹਾਂ। ਮੈਂ ਰੇਖਾ ਦੀ ਗੱਲ ਸੁਣ ਕੇ ਸ਼ੌਕਡ ਰਹਿ ਗਿਆ। ਫਿਰ ਮੈਂ ਕਿਹਾ, ਰੇਖਾ ਤੂੰ ਹੋਸ਼ ਵਿੱਚ ਤਾਂ ਹੈ? ਤੂੰ ਜਾਣਦੀ ਆ ਘਰ ਤੋਂ ਭੱਜਣ ਦਾ ਅੰਜਾਮ ਤੇਰੇ ਲਈ ਕਿੰਨਾ ਖਤਰਨਾਕ ਹੋਵੇਗਾ। ਤੇਰੀ ਫੈਮਿਲੀ ਵਾਲੇ ਤੇਰੇ ਨਾਲ ਸਾਰੇ ਸੰਬੰਧ ਖਤਮ ਕਰ ਦੇਣਗੇ। ਤੂੰ ਬਿਲਕੁਲ ਇਕੱਲੀ ਰਹਿ ਜਾਵੇਂਗੀ। ਮੇਰਾ ਤਾਂ ਇਸ ਦੁਨੀਆ ਵਿੱਚ ਕੋਈ ਨਹੀਂ। ਮੈਂ ਨਹੀਂ ਚਾਹੁੰਦਾ ਕਿ ਮੇਰੀ ਤਰ੍ਹਾਂ ਤੂੰ ਸਾਰੀ ਜ਼ਿੰਦਗੀ ਲਾਵਾਰਸਾਂ ਦੀ ਤਰ੍ਹਾਂ ਰਹੇ। ਮੇਰੀ ਗੱਲ ਸੁਣ ਕੇ ਰੇਖਾ ਨੇ ਕਿਹਾ, ਅੱਛਾ ਠੀਕ ਆ, ਮੈਂ ਇੱਥੋਂ ਵਾਪਸ ਜਾ ਰਹੀ ਹਾਂ ਅਤੇ ਮੇਰੇ ਪਾਪਾ ਨੇ ਜੋ ਮੁੰਡਾ ਮੇਰੇ ਲਈ ਪਸੰਦ ਕੀਤਾ ਮੈਂ ਉਸ ਨਾਲ ਵਿਆਹ ਕਰਵਾ ਕੇ ਆਪਣਾ ਘਰ ਵਸਾ ਲੈਂਦੀ ਹਾਂ। ਮੈਂ ਕਿਹਾ, ਰੇਖਾ ਤੂੰ ਕਿਵੇਂ ਦੀਆਂ ਗੱਲਾਂ ਕਰ ਰਹੀ ਆ? ਤੂੰ ਜਾਣਦੀ ਆ ਨਾ ਕਿ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਅਤੇ ਤੈਨੂੰ ਕਿਸੇ ਹੋਰ ਦੀ ਹੁੰਦੀ ਨਹੀਂ ਦੇਖ ਸਕਦਾ। ਰੇਖਾ ਕਹਿਣ ਲੱਗੀ, ਕਿਸੇ ਹੋਰ ਦੀ ਮੈਂ ਵੀ ਨਹੀਂ ਹੋਣਾ ਚਾਹੁੰਦੀ, ਇਸ ਲਈ ਤਾਂ ਸਭ ਕੁਝ ਛੱਡ ਕੇ ਮੈਂ ਤੇਰੇ ਕੋਲ ਆਈ ਹਾਂ। ਤੂੰ ਮੈਨੂੰ ਆਪਣੇ ਨਾਲ ਭਜਾ ਕੇ ਆਪਣੇ ਘਰ ਲੈ ਜਾ। ਮੈਂ ਰੇਖਾ ਨੂੰ ਕਿਹਾ, ਮੈਂ ਮਾਮੂਲੀ ਜਿਹਾ ਇਲੈਕਟ੍ਰੀਸ਼ੀਅਨ ਹਾਂ, ਤੂੰ ਮੇਰੇ ਨਾਲ ਗੁਜ਼ਾਰਾ ਕਰ ਲਵੇਂਗੀ। ਮੈਂ ਤੇਰੇ ਪਾਪਾ ਦੀ ਤਰ੍ਹਾਂ ਅਮੀਰ ਆਦਮੀ ਨਹੀਂ ਹਾਂ, ਨਾ ਹੀ ਉਹਨਾਂ ਦੀ ਤਰ੍ਹਾਂ ਮੇਰੇ ਘਰ ਵਿੱਚ ਹਰ ਫੈਸਿਲਿਟੀਜ਼ ਮੌਜੂਦ ਆ। ਤੈਨੂੰ ਮੈਂ ਦੁਨੀਆ ਭਰ ਦੀਆਂ ਖੁਸ਼ੀਆਂ ਤਾਂ ਨਹੀਂ ਦੇ ਸਕਦਾ, ਪਰ ਸਾਰੀ ਜ਼ਿੰਦਗੀ ਆਪਣੇ ਪਿਆਰ 'ਚ ਕੋਈ ਕਮੀ ਨਹੀਂ ਰਹਿਣ ਦੇਵਾਂਗਾ। ਮੇਰੀ ਗੱਲ ਸੁਣ ਕੇ ਰੇਖਾ ਕਹਿਣ ਲੱਗੀ, ਮੈਨੂੰ ਤੇਰੇ ਪਿਆਰ ਦੀ ਜ਼ਰੂਰਤ ਆ। ਮੈਨੂੰ ਐਸ਼ ਆਰਾਮ ਅਤੇ ਦੁਨੀਆ ਭਰ ਦੀ ਫੈਸਿਲਿਟੀ ਨਾਲ ਕੋਈ ਮਤਲਬ ਨਹੀਂ। ਮੈਂ ਤੇਰੇ ਨਾਲ ਰਹਿਣਾ ਚਾਹੁੰਦੀ ਹਾਂ ਅਤੇ ਤੈਨੂੰ ਹੀ ਆਪਣਾ ਬਣਾਉਣਾ ਚਾਹੁੰਦੀ ਹਾਂ।
ਰੇਖਾ ਦੀ ਗੱਲ ਸੁਣ ਕੇ ਮੈਨੂੰ ਇੱਕਦਮ ਝਟਕਾ ਲੱਗਿਆ। ਅੱਜ ਪਹਿਲੀ ਵਾਰ ਅਹਿਸਾਸ ਹੋਇਆ ਸੀ ਕਿ ਇਸ ਦੁਨੀਆ 'ਚ ਮੇਰੀ ਦਾਦੀ ਤੋਂ ਇਲਾਵਾ ਵੀ ਮੇਰਾ ਕੋਈ ਆ। ਫਿਰ ਮੈਂ ਰੇਖਾ ਨੂੰ ਆਪਣੇ ਇੱਕ ਦੋਸਤ ਦੇ ਘਰ ਲੈ ਗਿਆ ਅਤੇ ਵਕੀਲ ਨੂੰ ਬੁਲਾ ਕੇ ਸਾਰੀ ਫਾਰਮੈਲਿਟੀ ਪੂਰੀ ਕੀਤੀ ਅਤੇ ਰੇਖਾ ਨਾਲ ਵਿਆਹ ਕਰਵਾ ਲਿਆ। ਮੇਰੇ ਦੋਸਤ ਨੇ ਹਰ ਕੰਮ ਵਿੱਚ ਮੇਰੀ ਬਹੁਤ ਮਦਦ ਕੀਤੀ। ਫਿਰ ਮੈਂ ਰੇਖਾ ਨੂੰ ਲੈ ਕੇ ਪਿੰਡ ਆ ਗਿਆ। ਪਿੰਡ ਆ ਕੇ ਉਸ ਨੂੰ ਆਪਣਾ ਘਰ ਦਿਖਾਇਆ। ਘਰ ਬਹੁਤ ਹੀ ਛੋਟਾ ਸੀ, ਜਿਸ 'ਚ ਥੋੜ੍ਹਾ ਬਹੁਤਾ ਸਮਾਨ ਮੌਜੂਦ ਸੀ। ਰੇਖਾ ਘਰ ਦੇਖ ਕੇ ਖੁਸ਼ ਹੋਈ ਅਤੇ ਕਹਿਣ ਲੱਗੀ, ਤੂੰ ਫਿਕਰ ਨਾ ਕਰ, ਮੈਂ ਇਸ ਘਰ ਨੂੰ ਸਵਰਗ ਬਣਾ ਦੇਵਾਂਗੀ। ਮੈਂ ਤੇਰੇ ਨਾਲ ਵਿਆਹ ਕਰਵਾ ਕੇ ਬਹੁਤ ਖੁਸ਼ ਹਾਂ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਰੇਖਾ ਨਾਲ ਵਿਆਹ ਕਰਕੇ ਮੈਨੂੰ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਮਿਲ ਗਈਆਂ। ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਦਿਨ ਸੀ, ਜਿਸ ਦਿਨ ਰੇਖਾ ਦੁਲਹਨ ਬਣ ਕੇ ਮੇਰੇ ਘਰ ਆਈ ਅਤੇ ਉਹ ਮੇਰੀ ਪਤਨੀ ਬਣ ਗਈ ਅਤੇ ਮੇਰੀ ਜ਼ਿੰਦਗੀ 'ਚ ਆ ਕੇ ਉਸਨੇ ਮੇਰੀ ਜ਼ਿੰਦਗੀ ਨੂੰ ਰੰਗੀਨ ਬਣਾ ਦਿੱਤਾ। ਮੇਰੇ ਘਰ ਆਏ ਹੋਏ ਰੇਖਾ ਨੂੰ ਪੂਰੇ 9 ਮਹੀਨੇ ਹੋ ਗਏ ਸੀ। ਉਹ ਅਮੀਰ ਬਾਪ ਦੀ ਬੇਟੀ ਸੀ, ਪਰ ਉਸਨੇ ਮੇਰੇ ਘਰ ਵਿੱਚ ਆਪਣੇ ਆਪ ਨੂੰ ਐਡਜਸਟ ਕਰਕੇ ਰੱਖਿਆ ਹੋਇਆ ਸੀ। ਮੇਰਾ ਛੋਟਾ ਜਿਹਾ ਘਰ ਸੀ ਅਤੇ ਮਾਮੂਲੀ ਜਿਹੀਆਂ ਚੀਜ਼ਾਂ ਨਾਲ ਉਹ ਆਪਣਾ ਗੁਜ਼ਾਰਾ ਕਰਦੀ ਸੀ। ਮੇਰੀ ਬਹੁਤ ਮਾਮੂਲੀ ਜਿਹੀ ਸੈਲਰੀ ਹੁੰਦੀ ਸੀ, ਪਰ ਰੇਖਾ ਨੇ ਕਦੇ ਵੀ ਇਸ ਲਈ ਕੋਈ ਸ਼ਿਕਾਇਤ ਨਹੀਂ ਕੀਤੀ, ਕਿਉਂਕਿ ਵਿਆਹ ਤੋਂ ਬਾਅਦ ਉਸ ਦਾ ਵੀ ਸ਼ੌਂਕ ਪੂਰਾ ਨਹੀਂ ਹੋਇਆ ਸੀ। ਪਰ ਫਿਰ ਵੀ ਉਹ ਖੁਸ਼ੀ ਮੇਰੇ ਨਾਲ ਜ਼ਿੰਦਗੀ ਗੁਜ਼ਾਰ ਰਹੀ ਸੀ। ਇੱਕ ਦਿਨ ਮੈਨੂੰ ਇਲੈਕਟ੍ਰੀਸ਼ੀਅਨ ਦੇ ਕੰਮ ਲਈ ਸ਼ਹਿਰੋਂ ਕਾਲ ਆਈ। ਮੈਂ ਰੇਖਾ ਨੂੰ ਦੱਸ ਕੇ ਸ਼ਹਿਰ ਕੰਮ 'ਤੇ ਚਲਾ ਗਿਆ। ਮੈਨੂੰ ਆਉਣ 'ਚ ਦੇਰ ਹੋ ਸਕਦੀ ਸੀ। ਰੇਖਾ ਜਾਣਦੀ ਸੀ ਕਿ ਮੈਂ ਜ਼ਿਆਦਾਤਰ ਕੰਮ ਸ਼ਹਿਰ ਵਿੱਚ ਹੀ ਕਰਦਾ। ਮੇਰਾ ਕੰਮ ਖਤਮ ਹੋ ਗਿਆ ਤਾਂ ਮੈਂ ਖੁਸ਼ੀ-ਖੁਸ਼ੀ ਘਰ ਵਾਪਸ ਆ ਰਿਹਾ ਸੀ। ਮੇਰੀ ਖੁਸ਼ ਹੋਣ ਦੀ ਵਜ੍ਹਾ ਮੇਰੇ ਹੱਥਾਂ 'ਚ ਰੰਗੀਨ ਝਾਂਜਰਾਂ ਸੀ। ਮੈਂ ਵਾਪਸੀ ਦੇ ਸਮੇਂ ਆਪਣੀ ਪਤਨੀ ਲਈ ਦੁਕਾਨ ਤੋਂ ਝਾਂਜਰਾਂ ਖਰੀਦੀਆਂ। ਉਹ ਝਾਂਜਰਾਂ ਬਹੁਤ ਸੋਹਣੀਆਂ ਸੀ। ਮੈਂ ਸੋਚ ਰਿਹਾ ਸੀ ਕਿ ਮੈਂ ਘਰ ਜਾ ਕੇ ਆਪਣੀ ਪਤਨੀ ਨੂੰ ਇਹ ਝਾਂਜਰਾਂ ਗਿਫਟ ਕਰ ਦਿਆਂਗਾ ਅਤੇ ਉਹ ਖੁਸ਼ ਹੋ ਜਾਵੇਗੀ, ਕਿਉਂਕਿ ਉਹ ਹਰ ਸਮੇਂ ਆਪਣੇ ਪੈਰਾਂ 'ਚ ਝਾਂਜਰਾਂ ਪਾਈ ਰੱਖਦੀ ਸੀ ਅਤੇ ਪੂਰੇ ਘਰ 'ਚ ਛਣ-ਛਣ ਦੀ ਆਵਾਜ਼ ਗੂੰਜਦੀ ਰਹਿੰਦੀ। ਬੱਸ ਮੇਰੇ ਪਿੰਡ ਦੇ ਬੱਸ ਸਟਾਪ 'ਤੇ ਪਹੁੰਚ ਗਈ। ਜਦੋਂ ਕੰਡਕਟਰ ਨੇ ਆਵਾਜ਼ ਦਿੱਤੀ ਤਾਂ ਮੈਂ ਜਲਦੀ ਬੱਸ 'ਚੋਂ ਉਤਰ ਗਿਆ ਅਤੇ ਜਲਦੀ ਪਿੰਡ ਵਿਚਲੇ ਰਸਤੇ ਵੱਲ ਕਦਮ ਵਧਾ ਰਿਹਾ ਸੀ। ਬਸ ਕੁਝ ਕਦਮਾਂ ਦੀ ਦੂਰੀ ਸੀ। ਮੈਂ ਆਪਣੇ ਘਰ ਪਹੁੰਚਣ ਹੀ ਵਾਲਾ ਸੀ ਅਤੇ ਆਪਣੀ ਪਤਨੀ ਨਾਲ ਮੁਲਾਕਾਤ ਕਰਨੀ ਸੀ, ਪਰ ਮੈਂ ਆਪਣੇ ਘਰ ਦੇ ਦਰਵਾਜ਼ੇ ਕੋਲ ਆ ਕੇ ਰੁਕ ਗਿਆ ਅਤੇ ਹੈਰਾਨ ਹੋ ਗਿਆ, ਕਿਉਂਕਿ ਮੇਰੇ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਰਾਤ ਦਾ ਵਕਤ ਸੀ, ਪਰ ਮੇਰੇ ਘਰ ਦਾ ਦਰਵਾਜ਼ਾ ਤਾਂ ਜ਼ਿਆਦਾਤਰ ਬੰਦ ਹੀ ਰਹਿੰਦਾ ਸੀ। ਮੇਰੀ ਪਤਨੀ ਨੂੰ ਬਾਹਰ ਜਾਣ ਦੀ ਆਦਤ ਨਹੀਂ ਸੀ। ਉਹ ਹਰ ਸਮੇਂ ਘਰ ਦੇ ਅੰਦਰ ਹੀ ਰਹਿੰਦੀ। ਹੁਣ ਰਾਤ ਦੇ ਸਮੇਂ ਦਰਵਾਜ਼ਾ ਖੁੱਲ੍ਹਾ ਦੇਖ ਕੇ ਮੈਂ ਪਰੇਸ਼ਾਨ ਹੋ ਗਿਆ। ਮੈਂ ਘਬਰਾ ਗਿਆ ਅਤੇ ਮੈਂ ਸਮਝ ਰਿਹਾ ਸੀ ਕਿ ਕੋਈ ਨਾ ਕੋਈ ਗੜਬੜ ਆ। ਫਿਰ ਮੈਂ ਦਰਵਾਜ਼ਾ ਖੁੱਲ੍ਹਾ ਛੱਡ ਕੇ ਘਰ ਦੇ ਅੰਦਰ ਚਲਾ ਗਿਆ। ਜਦੋਂ ਮੈਂ ਘਰ ਵਿੱਚ ਚਾਰੇ ਪਾਸੇ ਦੇਖਿਆ ਤਾਂ ਮੇਰੀ ਪਤਨੀ ਕਿਤੇ ਵੀ ਨਜ਼ਰ ਨਹੀਂ ਆ ਰਹੀ ਸੀ। ਫਿਰ ਮੈਂ ਆਪਣੇ ਕਮਰੇ ਵੱਲ ਚਲਾ ਗਿਆ, ਕਿਉਂਕਿ ਮੈਨੂੰ ਆਪਣੇ ਕਮਰੇ ਵਿੱਚ ਕਤਰ ਦੀ ਆਵਾਜ਼ ਆ ਰਹੀ ਸੀ। ਮੇਰੀ ਪਤਨੀ ਕੁਝ ਕਰ ਰਹੀ ਸੀ। ਉਹ ਮੈਨੂੰ ਦੇਖ ਕੇ ਘਬਰਾ ਗਈ ਅਤੇ ਕਹਿਣ ਲੱਗੀ, ਤੁਸੀਂ ਆ ਗਏ? ਤੁਸੀਂ ਤਾਂ ਮੈਨੂੰ 9 ਵਜੇ ਦਾ ਕਹਿ ਕੇ ਗਏ ਸੀ, ਪਰ ਅਜੇ ਤਾਂ 8 ਹੀ ਵਜੇ ਆ। ਮੈਂ ਉਸ ਨੂੰ ਕਿਹਾ, ਮੇਰਾ ਕੰਮ ਜਲਦੀ ਖਤਮ ਹੋ ਗਿਆ ਸੀ ਤਾਂ ਮੈਂ ਜਲਦੀ ਘਰ ਵਾਪਸ ਆ ਗਿਆ। ਫਿਰ ਮੇਰੀ ਨਜ਼ਰ ਟੇਬਲ 'ਤੇ ਪਈ ਘੜੀ 'ਤੇ ਗਈ। ਮੈਂ ਜਿਵੇਂ ਘੜੀ ਦੇ ਨਜ਼ਦੀਕ ਜਾ ਰਿਹਾ ਸੀ, ਮੇਰੀ ਪਤਨੀ ਘਬਰਾ ਰਹੀ ਸੀ। ਉਸ ਦੇ ਚਿਹਰੇ 'ਤੇ ਪਸੀਨੇ ਆ ਰਹੇ ਸੀ। ਜਦੋਂ ਮੈਂ ਘੜੀ ਹੱਥ ਵਿੱਚ ਚੁੱਕੀ ਤਾਂ ਮੈਂ ਸੋਚਿਆ ਕਿ ਇਹ ਘੜੀ ਮੇਰੀ ਨਹੀਂ। ਮੈਂ ਉਸ ਘੜੀ ਨੂੰ ਧਿਆਨ ਨਾਲ ਦੇਖਿਆ। ਉਹ ਘੜੀ ਮੇਰੀ ਤਾਂ ਹਰਗਿਜ਼ ਨਹੀਂ ਹੋ ਸਕਦੀ ਸੀ, ਕਿਉਂਕਿ ਮੈਂ ਤਾਂ ਮਾਮੂਲੀ ਜਿਹੀ ਕਮਾਈ ਕਰਦਾ ਸੀ ਅਤੇ ਆਪਣਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰਦਾ ਸੀ। ਪਰ ਉਸ ਘੜੀ ਨੂੰ ਦੇਖ ਕੇ ਲੱਗਦਾ ਸੀ ਕਿ ਇਹ ਘੜੀ ਬਹੁਤ ਅਮੀਰ ਆਦਮੀ ਦੀ ਆ, ਕਿਉਂਕਿ ਉਹ ਘੜੀ ਬ੍ਰਾਂਡਡ ਸੀ ਅਤੇ ਉਸ ਦੀ ਕੀਮਤ ਬਹੁਤ ਜ਼ਿਆਦਾ ਸੀ। ਮੈਂ ਪਤਨੀ ਨੂੰ ਗੁੱਸੇ 'ਚ ਕਿਹਾ, ਇਹ ਘੜੀ ਕਿਸ ਦੀ ਆ? ਤਾਂ ਇਹ ਕਿੱਥੇ ਆਈ? ਕਿਵੇਂ ਆਈ? ਮੇਰੀ ਪਤਨੀ ਕਹਿਣ ਲੱਗੀ, ਆਪਣੇ ਘਰ ਗੁਆਂਢਣ ਆਈ ਸੀ। ਇਹ ਘੜੀ ਉਸ ਦੇ ਪਤੀ ਦੀ ਆ ਅਤੇ ਉਸ ਨੇ ਕਿਹਾ ਸੀ ਕਿ ਮੇਰੇ ਪਤੀ ਦੀ ਘੜੀ ਖਰਾਬ ਹੋ ਗਈ। ਸ਼ੇਖਰ ਇਲੈਕਟ੍ਰੀਸ਼ੀਅਨ ਹੈ, ਕੀ ਇਸ ਘੜੀ ਨੂੰ ਠੀਕ ਕਰ ਸਕਦਾ? ਮੈਂ ਉਸ ਔਰਤ ਨੂੰ ਕਿਹਾ, ਤੁਸੀਂ ਘੜੀ ਇੱਥੇ ਛੱਡ ਜਾਓ, ਮੇਰੇ ਪਤੀ ਘਰ ਨਹੀਂ। ਜਦੋਂ ਘਰ ਆਉਣਗੇ ਤਾਂ ਮੈਂ ਉਹਨਾਂ ਨੂੰ ਪੁੱਛ ਲਵਾਂਗੀ ਉਹ ਘੜੀ ਠੀਕ ਕਰ ਸਕਦੇ ਆ ਜਾਂ ਨਹੀਂ। ਮੈਂ ਆਪਣੀ ਪਤਨੀ ਨੂੰ ਕਿਹਾ, ਮੈਂ ਇਲੈਕਟ੍ਰੀਸ਼ੀਅਨ ਆ, ਕੋਈ ਇੰਜੀਨੀਅਰ ਨਹੀਂ ਜੋ ਘੜੀਆਂ ਠੀਕ ਕਰ ਸਕਾਂ। ਇਹ ਘੜੀ ਕੱਲ੍ਹ ਉਸ ਔਰਤ ਨੂੰ ਵਾਪਸ ਕਰ ਦੇਵੀਂ। ਫਿਰ ਰੇਖਾ ਨੇ ਜਲਦੀ ਨਾਲ ਉਹ ਘੜੀ ਮੇਰੇ ਹੱਥ ਵਿੱਚੋਂ ਫੜ ਲਈ ਅਤੇ ਰੇਖਾ ਦੀ ਹਾਲਤ ਸਹੀ ਨਹੀਂ ਲੱਗ ਰਹੀ ਸੀ, ਪਰ ਪਤਾ ਨਹੀਂ ਕਿਉਂ ਰੇਖਾ ਬਦਲੀ ਲੱਗ ਰਹੀ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਰੇਖਾ ਝੂਠ ਬੋਲ ਰਹੀ ਹੋਵੇ, ਕਿਉਂਕਿ ਜੋ ਐਕਸਪ੍ਰੈਸ਼ਨ ਅੱਜ ਉਸ ਦੇ ਚਿਹਰੇ 'ਤੇ ਸੀ, ਅੱਜ ਤੋਂ ਪਹਿਲਾਂ ਮੈਂ ਕਦੇ ਵੀ ਨਹੀਂ ਦੇਖੇ ਸੀ। ਫਿਰ ਰੇਖਾ ਅਲਮਾਰੀ ਕੋਲ ਗਈ ਅਤੇ ਪੈਸੇ ਕੱਢ ਕੇ ਮੈਨੂੰ ਦੇ ਦਿੱਤੇ। ਮੈਂ ਕਿਹਾ, ਇਹ ਪੈਸੇ ਕਿੱਥੋਂ ਆਏ? ਤਾਂ ਰੇਖਾ ਕਹਿਣ ਲੱਗੀ, ਜਦੋਂ ਮੈਂ ਬਹੁਤ ਛੋਟੀ ਸੀ ਤਾਂ ਮੇਰੇ ਪਾਪਾ ਟੇਲਰ ਸੀ। ਮੈਂ ਉਹਨਾਂ ਨੂੰ ਕੱਪੜੇ ਸਿਲਾਈ ਕਰਦੇ ਦੇਖਦੀ ਸੀ।
ਮੈਨੂੰ ਕੱਪੜੇ ਸਿਲਾਈ ਕਰਨ ਦਾ ਬਹੁਤ ਸ਼ੌਂਕ ਸੀ। ਫਿਰ ਪਾਪਾ ਨੇ ਮੈਨੂੰ ਬਚਪਨ ਵਿੱਚ ਹੀ ਕੱਪੜੇ ਸਿਲਾਈ ਕਰਨੇ ਸਿਖਾ ਦਿੱਤੇ। ਹੌਲੀ ਹੌਲੀ ਪਾਪਾ ਬਹੁਤ ਵੱਡੇ ਟੇਲਰ ਬਣ ਗਏ ਅਤੇ ਹੁਣ ਉਹਨਾਂ ਦੇ ਕੱਪੜਿਆਂ ਦਾ ਕਾਰੋਬਾਰ ਆ। ਜੋ ਔਰਤ ਮੇਰੇ ਕੋਲ ਘੜੀ ਲੈ ਕੇ ਆਈ ਸੀ ਉਸਨੇ ਮੈਨੂੰ ਕਿਹਾ ਸੀ ਕਿ ਮੈਨੂੰ ਕੱਪੜੇ ਸਿਲਾਈ ਕਰਵਾਉਣ 'ਚ ਬਹੁਤ ਪਰੇਸ਼ਾਨੀ ਆ। ਫਿਰ ਮੈਂ ਉਸ ਨੂੰ ਕਿਹਾ, ਮੈਨੂੰ ਕੱਪੜੇ ਸਿਲਾਈ ਕਰਨੇ ਆਉਂਦੇ ਆ, ਤੁਸੀਂ ਮੇਰੇ ਤੋਂ ਆਪਣੇ ਕੱਪੜੇ ਸਿਲਾਈ ਕਰਵਾ ਲਿਓ, ਮੈਂ ਤੁਹਾਨੂੰ ਸ਼ਾਮ ਤੱਕ ਕੱਪੜੇ ਸਿਲਾਈ ਕਰਕੇ ਦੇ ਦੇਵਾਂਗੀ। ਫਿਰ ਮੈਂ ਉਸ ਔਰਤ ਦੇ ਕੱਪੜੇ ਸਿਲਾਈ ਕਰਕੇ ਸ਼ਾਮ ਨੂੰ ਦੇ ਦਿੱਤੇ ਅਤੇ ਉਸਨੇ ਮੈਨੂੰ ਇਹ ਪੈਸੇ ਦਿੱਤੇ। ਜਦੋਂ ਤੁਸੀਂ ਕਮਰੇ ਵਿੱਚ ਆਏ ਸੀ ਤਾਂ ਮੈਂ ਇਹ ਸਭ ਕੁਝ ਹੀ ਸਮੇਟ ਰਹੀ ਸੀ। ਮੈਂ ਆਪਣੀ ਪਤਨੀ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ, ਕਿਉਂਕਿ ਉਸਨੇ ਜੋ ਪੈਸੇ ਦਿੱਤੇ ਸੀ ਉਹ ਕੁਝ ਜ਼ਿਆਦਾ ਹੀ ਰਕਮ ਸੀ। ਇੰਨੇ ਪੈਸੇ ਕੱਪੜੇ ਸਿਲਾਈ ਕਰਨ ਨਾਲ ਨਹੀਂ ਆ ਸਕਦੇ, ਪਰ ਇਹ ਗੱਲ ਸਹੀ ਵੀ ਹੋ ਸਕਦੀ ਆ। ਮੇਰੀ ਪਤਨੀ ਕੱਪੜੇ ਸਿਲਾਈ ਕਰ ਸਕਦੀ ਸੀ, ਕਿਉਂਕਿ ਮੇਰੀ ਦਾਦੀ ਨੇ ਘਰ 'ਚ ਪੁਰਾਣੀ ਸਿਲਾਈ ਮਸ਼ੀਨ ਰੱਖੀ ਹੋਈ ਸੀ। ਹੋ ਸਕਦਾ ਮੇਰੀ ਪਤਨੀ ਨੇ ਕੱਪੜੇ ਸਿਲਾਈ ਕਰਕੇ ਦਿੱਤੇ ਹੋਣ, ਪਰ ਸਿਲਾਈ ਕਰਕੇ ਇੰਨੇ ਪੈਸੇ ਨਹੀਂ ਕਮਾਏ ਜਾ ਸਕਦੇ। ਕੁਝ ਗੜਬੜ ਹੋਣ ਦਾ ਅਹਿਸਾਸ ਮੈਨੂੰ ਹੋ ਰਿਹਾ ਸੀ। ਮੈਂ ਆਪਣੀ ਪਤਨੀ ਤੋਂ ਪੈਸੇ ਫੜ ਲਏ ਅਤੇ ਉਸ ਨੂੰ ਕੋਈ ਸਵਾਲ ਨਹੀਂ ਕੀਤਾ, ਕਿਉਂਕਿ ਮੈਂ ਉਸ ਨੂੰ ਮੁਹੱਬਤ ਕਰਦਾ ਸੀ। ਜੇ ਮੈਂ ਉਸ ਨੂੰ ਸਵਾਲ ਜਵਾਬ ਕਰਦਾ ਤਾਂ ਉਸਨੇ ਇਹ ਸੋਚਣਾ ਸੀ ਕਿ ਮੈਂ ਉਸ 'ਤੇ ਸ਼ੱਕ ਕਰ ਰਿਹਾ। ਉਸ ਵਕਤ ਤਾਂ ਮੈਂ ਚੁੱਪ ਹੋ ਗਿਆ, ਪਰ ਮੇਰੇ ਦਿਮਾਗ ਵਿੱਚ ਸਵਾਲ ਉੱਠ ਰਿਹਾ ਸੀ, ਇਹ ਗੱਲ ਸੱਚ ਆ? ਮੇਰੀ ਪਤਨੀ ਨੇ ਉਸ ਔਰਤ ਦੇ ਕੱਪੜੇ ਸਿਲਾਈ ਕੀਤੇ ਆ, ਜਾਂ ਮੇਰੀ ਪਤਨੀ ਝੂਠ ਬੋਲ ਰਹੀ ਆ? ਪਰ ਜੇ ਉਸਨੇ ਕੱਪੜੇ ਸਿਲਾਈ ਕਰਕੇ ਉਸ ਔਰਤ ਨੂੰ ਦਿੱਤੇ ਆ ਤਾਂ ਉਹ ਇੰਨੇ ਜ਼ਿਆਦਾ ਪੈਸੇ ਕਿਉਂ ਦੇ ਕੇ ਗਈ? ਮੈਂ ਇਹ ਸਭ ਕੁਝ ਖੜਾ ਸੋਚ ਰਿਹਾ ਸੀ। ਅਚਾਨਕ ਮੇਰਾ ਧਿਆਨ ਮੇਰੇ ਹੱਥ ਉੱਪਰ ਗਿਆ, ਜਿਸ ਵਿੱਚ ਮੈਂ ਛੋਟੀ ਜਿਹੀ ਥੈਲੀ ਫੜੀ ਹੋਈ ਸੀ। ਮੈਂ ਆਪਣੀ ਪਤਨੀ ਨੂੰ ਝਾਂਜਰਾਂ ਦੇਣੀਆਂ ਤਾਂ ਭੁੱਲ ਹੀ ਗਿਆ, ਜੋ ਮੈਂ ਉਸ ਲਈ ਪਿਆਰ ਅਤੇ ਖੁਸ਼ੀ ਨਾਲ ਲੈ ਕੇ ਆਇਆ ਸੀ। ਮੈਂ ਉਹਨਾਂ ਪੈਸਿਆਂ ਨੂੰ ਆਪਣੇ ਹੱਥ ਵਿੱਚ ਫੜ ਕੇ ਸੋਚ ਰਿਹਾ ਸੀ ਕਿ ਇਹਨਾਂ ਪੈਸਿਆਂ ਦਾ ਕੀ ਕਰਾਂ। ਮੇਰੀ ਪਤਨੀ ਕਿਚਨ 'ਚ ਮੇਰੇ ਲਈ ਖਾਣਾ ਗਰਮ ਕਰਨ ਦੇ ਲਈ ਚਲੀ ਗਈ। ਥੋੜ੍ਹੀ ਦੇਰ ਬਾਅਦ ਮੈਂ ਵੀ ਬਾਹਰ ਵਿਹੜੇ 'ਚ ਮੰਜੇ 'ਤੇ ਆ ਕੇ ਪੈ ਗਿਆ। ਮੇਰੇ ਅੰਦਰ ਵਾਲੀ ਐਕਸਾਈਟਮੈਂਟ ਅਤੇ ਪਿਆਰ ਬਿਲਕੁਲ ਹੀ ਮਰ ਚੁੱਕਿਆ ਸੀ। ਪਤਾ ਨਹੀਂ ਕਿਉਂ ਮੈਨੂੰ ਆਪਣੀ ਪਤਨੀ 'ਤੇ ਅਜੀਬ ਜਿਹਾ ਸ਼ੱਕ ਹੋ ਰਿਹਾ ਸੀ, ਪਰ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਪਤਾ ਨਹੀਂ ਕਿਉਂ ਮੈਂ ਕਿਸੇ ਵੀ ਨਤੀਜੇ 'ਤੇ ਨਹੀਂ ਪਹੁੰਚ ਰਿਹਾ ਸੀ ਅਤੇ ਮੈਨੂੰ ਆਪਣੀ ਪਤਨੀ 'ਤੇ ਅਜੀਬ ਜਿਹਾ ਸ਼ੱਕ ਕਿਉਂ ਹੋ ਰਿਹਾ ਸੀ? ਮੇਰੇ ਨਾਲ ਅਜਿਹਾ ਕਿਉਂ ਹੋ ਰਿਹਾ ਸੀ? ਪਹਿਲਾਂ ਕਦੇ ਵੀ ਮੇਰੀ ਪਤਨੀ ਕੋਲ ਇੰਨੇ ਪੈਸੇ ਨਹੀਂ ਹੁੰਦੇ ਸੀ। ਅੱਜ ਤੋਂ ਪਹਿਲਾਂ ਵੀ ਮੈਂ ਕਈ ਵਾਰ ਸ਼ਹਿਰ ਜਾ ਚੁੱਕਿਆ ਸੀ, ਪਰ ਅੱਜ ਮੇਰੀ ਪਤਨੀ ਨੇ ਮੇਰੇ ਬਾਹਰ ਜਾਣ ਦਾ ਫਾਇਦਾ ਚੁੱਕਿਆ ਸੀ। ਮੈਂ ਅਚਾਨਕ ਘਬਰਾ ਕੇ ਉੱਠ ਕੇ ਬੈਠ ਗਿਆ। ਮੇਰੀ ਪਤਨੀ ਵੱਲ ਧਿਆਨ ਕੀਤਾ ਤਾਂ ਉਹ ਪਹਿਲਾਂ ਦੀ ਤਰ੍ਹਾਂ ਕਿਚਨ 'ਚ ਬਿਜੀ ਸੀ, ਪਰ ਅੱਜ ਉਸ ਦੇ ਚਿਹਰੇ ਦੇ ਐਕਸਪ੍ਰੈਸ਼ਨ ਬਦਲੇ ਹੋਏ ਸੀ। ਉਸ ਦੇ ਚਿਹਰੇ ਤੋਂ ਸਾਫ਼ ਪਤਾ ਲੱਗ ਰਿਹਾ ਸੀ ਕਿ ਜਿਵੇਂ ਕੋਈ ਉਸ ਦੀ ਚੋਰੀ ਫੜੀ ਗਈ ਹੋਵੇ। ਮੇਰੇ ਦਿਮਾਗ ਵਿੱਚ ਵੀ ਉਹਨਾਂ ਪੈਸਿਆਂ ਨੂੰ ਲੈ ਕੇ ਅਜੀਬ ਤਰ੍ਹਾਂ ਦੇ ਵਿਚਾਰ ਆ ਰਹੇ ਸੀ ਕਿ ਉਹ ਮਰਦ ਦੀ ਘੜੀ ਨੇ ਵੀ ਮੈਨੂੰ ਅਜੀਬ ਉਲਝਣ 'ਚ ਪਾ ਦਿੱਤਾ, ਕਿਉਂਕਿ ਮੁਹੱਲੇ ਦੀ ਹਰ ਔਰਤ ਚੰਗੀ ਤਰ੍ਹਾਂ ਜਾਣਦੀ ਆ ਕਿ ਮੈਂ ਇਲੈਕਟ੍ਰੀਸ਼ੀਅਨ ਹਾਂ ਅਤੇ ਇੱਕ ਇਲੈਕਟ੍ਰੀਸ਼ੀਅਨ ਘੜੀ ਕਿਵੇਂ ਠੀਕ ਕਰ ਸਕਦਾ। ਮੈਂ ਉਸ ਵਕਤ ਚੁੱਪ ਰਹਿਣ ਤੋਂ ਇਲਾਵਾ ਕੁਝ ਵੀ ਨਹੀਂ ਕਰ ਸਕਦਾ ਸੀ। ਥੋੜ੍ਹੀ ਦੇਰ ਬਾਅਦ ਰੇਖਾ ਮੇਰੇ ਲਈ ਖਾਣਾ ਲੈ ਕੇ ਆਈ। ਮੈਂ ਮੰਜੇ ਉੱਪਰ ਪਿਆ ਹੋਇਆ ਸੀ ਅਤੇ ਮੈਂ ਆਪਣੀ ਬਾਂਹ ਨੂੰ ਆਪਣੀਆਂ ਅੱਖਾਂ ਉੱਪਰ ਰੱਖ ਲਿਆ। ਰੇਖਾ ਨੇ ਮੈਨੂੰ ਹਿਲਾ ਕੇ ਉਠਾਇਆ। ਸ਼ੇਖਰ, ਉੱਠੋ, ਖਾਣਾ ਖਾ ਲਓ। ਦੇਖੋ, ਮੈਂ ਤੁਹਾਡੀ ਪਸੰਦ ਦੇ ਰਾਜਮਾਂਹ ਬਣਾਏ ਆ। ਰੇਖਾ ਦੇ ਕਹਿਣ 'ਤੇ ਮੈਂ ਉੱਠ ਕੇ ਬੈਠ ਗਿਆ, ਪਰ ਮੈਂ ਥੋੜ੍ਹਾ ਜਿਹਾ ਖਾਣਾ ਹੀ ਖਾਧਾ। ਫਿਰ ਮੈਂ ਖਾਣਾ ਵਿੱਚ ਹੀ ਛੱਡ ਦਿੱਤਾ, ਕਿਉਂਕਿ ਮੇਰਾ ਦਿਲ ਅਚਾਨਕ ਘਬਰਾ ਰਿਹਾ ਸੀ। ਫਿਰ ਮੈਂ ਮੰਜੇ 'ਤੇ ਪੈ ਗਿਆ ਅਤੇ ਆਪਣੀ ਪਤਨੀ ਨੂੰ ਕਿਹਾ ਕਿ ਮੇਰਾ ਖਾਣਾ ਖਾਣ ਦਾ ਬਿਲਕੁਲ ਵੀ ਮਨ ਨਹੀਂ। ਕਮਰੇ ਵਿੱਚ ਪੋਲੀਥੀਨ ਰੱਖਿਆ, ਤੇਰੇ ਲਈ ਝਾਂਜਰਾਂ ਲੈ ਕੇ ਆਇਆ। ਇਹ ਕਹਿ ਕੇ ਮੈਂ ਦੁਬਾਰਾ ਬਾਂਹ ਆਪਣੀ ਅੱਖਾਂ 'ਤੇ ਰੱਖ ਕੇ ਪੈ ਗਿਆ। ਰੇਖਾ ਕਹਿਣ ਲੱਗੀ, ਜੇ ਤੁਸੀਂ ਮੇਰੇ ਲਈ ਝਾਂਜਰਾਂ ਲੈ ਕੇ ਆਏ ਸੀ ਤਾਂ ਫਿਰ ਆਪਣੇ ਹੱਥਾਂ ਨਾਲ ਪਾਈਆਂ ਕਿਉਂ ਨਹੀਂ? ਹੁਣ ਤੁਸੀਂ ਮੈਨੂੰ ਦੱਸ ਰਹੇ ਹੋ ਕਿ ਮੈਂ ਤੇਰੇ ਲਈ ਝਾਂਜਰਾਂ ਲੈ ਕੇ ਆਇਆ। ਫਿਰ ਮੇਰੀ ਪਤਨੀ ਮੇਰੇ ਕੋਲੋਂ ਉੱਠ ਕੇ ਕਮਰੇ ਵਿੱਚ ਝਾਂਜਰਾਂ ਲੈਣ ਦੇ ਲਈ ਚਲੀ ਗਈ। ਬਾਹਰ ਆ ਕੇ ਰੇਖਾ ਕਹਿਣ ਲੱਗੀ, ਝਾਂਜਰਾਂ ਤਾਂ ਬਹੁਤ ਸੋਹਣੀਆਂ, ਪਰ ਜੇ ਤੁਸੀਂ ਆਪਣੇ ਹੱਥਾਂ ਨਾਲ ਮੈਨੂੰ ਪਾਉਂਦੇ ਤਾਂ ਮੈਨੂੰ ਬਹੁਤ ਚੰਗਾ ਲੱਗਣਾ ਸੀ। ਮੈਂ ਆਪਣੀ ਪਤਨੀ ਦੀ ਇਸ ਗੱਲ ਨੂੰ ਵੀ ਇਗਨੋਰ ਕੀਤਾ ਅਤੇ ਇਸ ਤਰ੍ਹਾਂ ਐਕਟਿੰਗ ਕਰ ਰਿਹਾ ਸੀ ਜਿਵੇਂ ਮੈਂ ਸੌਂ ਗਿਆ ਹੋਵਾਂ। ਫਿਰ ਮੇਰੀ ਪਤਨੀ ਨੇ ਖੁਦ ਹੀ ਝਾਂਜਰਾਂ ਪੈਰਾਂ 'ਚ ਪਾ ਲਈਆਂ ਅਤੇ ਉਸ ਦੀ ਛਣ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜ ਰਹੀ ਸੀ। ਕਈ ਦਿਨ ਇਸੇ ਤਰ੍ਹਾਂ ਲੰਘ ਗਏ, ਪਰ ਮੈਂ ਆਪਣੀ ਪਤਨੀ ਨਾਲ ਠੀਕ ਢੰਗ ਨਾਲ ਗੱਲ ਨਹੀਂ ਕਰਦਾ ਸੀ। ਮੇਰੀ ਪਤਨੀ ਮੈਨੂੰ ਵਾਰ-ਵਾਰ ਪੁੱਛਦੀ ਸੀ ਕਿ ਤੁਹਾਨੂੰ ਹੋਇਆ ਕੀ ਆ? ਮੈਂ ਦੇਖ ਰਹੀ ਹਾਂ ਤੁਹਾਡਾ ਮੂਡ ਬਿਲਕੁਲ ਵੀ ਮੇਰੇ ਨਾਲ ਠੀਕ ਨਹੀਂ। ਮੈਂ ਆਪਣੀ ਪਤਨੀ ਨੂੰ ਕਿਹਾ, ਅਜਿਹਾ ਕੁਝ ਵੀ ਨਹੀਂ ਜੋ ਤੂੰ ਸੋਚ ਰਹੀ ਆ। ਮੈਂ ਆਪਣੀ ਪਤਨੀ ਨੂੰ ਕੁਝ ਵੀ ਨਹੀਂ ਕਿਹਾ। ਥੋੜ੍ਹੇ ਦਿਨਾਂ ਬਾਅਦ ਮੈਨੂੰ ਸ਼ਹਿਰ ਤੋਂ ਕੰਮ ਲਈ ਕਾਲ ਆ ਗਈ। ਮੈਂ ਸ਼ਹਿਰ ਬਹੁਤ ਵੱਡੇ ਬੰਗਲੇ ਵਿੱਚ ਲਾਈਟ ਫਿਟਿੰਗ ਦੇ ਲਈ ਜਾਣਾ ਸੀ।
ਮੈਂ ਆਪਣੀ ਪਤਨੀ ਨੂੰ ਕਿਹਾ ਮੈਨੂੰ ਸ਼ਹਿਰ 'ਚ ਜ਼ਿਆਦਾ ਕੰਮ ਨਹੀਂ ਆ, ਮੈਂ ਸ਼ਾਮ 5 ਵਜੇ ਤੱਕ ਵਾਪਸ ਆ ਜਾਵਾਂਗਾ। ਮੇਰੀ ਪਤਨੀ ਨੇ ਮੈਨੂੰ ਨਾਸ਼ਤਾ ਦਿੱਤਾ। ਮੈਂ ਸਵੇਰੇ 9 ਵਜੇ ਘਰੋਂ ਨਿਕਲ ਗਿਆ। ਮੈਂ ਸ਼ਹਿਰ ਜਾ ਕੇ ਆਪਣਾ ਕੰਮ ਕਰਨ ਲੱਗ ਗਿਆ। ਮੇਰਾ ਕੰਮ ਤਕਰੀਬਨ 3 ਕੁ ਵਜੇ ਖ਼ਤਮ ਹੋ ਗਿਆ। ਫਿਰ 1 ਘੰਟੇ ਬਾਅਦ ਮੈਂ ਘਰ ਵਾਪਸ ਆ ਗਿਆ। ਜਦੋਂ ਮੈਂ ਘਰ ਵਾਪਸ ਆਇਆ ਤਾਂ ਮੈਂ ਦੇਖਿਆ ਅੱਜ ਵੀ ਮੇਰੇ ਘਰ ਦਾ ਦਰਵਾਜ਼ਾ ਖੁੱਲ੍ਹਾ ਸੀ। ਮੈਂ ਘਰ ਦੇ ਅੰਦਰ ਆਇਆ ਤਾਂ ਮੇਰੀ ਪਤਨੀ ਮੈਨੂੰ ਦੇਖ ਕੇ ਘਬਰਾ ਗਈ ਅਤੇ ਕਹਿਣ ਲੱਗੀ ਤੁਸੀਂ ਤਾਂ 5 ਵਜੇ ਵਾਪਸ ਆਉਣਾ ਸੀ, ਪਰ ਅਜੇ ਤਾਂ 4 ਹੀ ਵੱਜੇ ਆ। ਮੈਂ ਆਪਣੀ ਪਤਨੀ ਨੂੰ ਅਜੀਬ ਨਜ਼ਰਾਂ ਨਾਲ ਦੇਖਿਆ ਅਤੇ ਕਿਹਾ ਕਿਉਂ, ਮੈਂ 1 ਘੰਟਾ ਪਹਿਲਾਂ ਘਰ ਵਾਪਸ ਨਹੀਂ ਆ ਸਕਦਾ। ਮੇਰੀ ਪਤਨੀ ਦੇ ਚਿਹਰੇ ਦੇ ਐਕਸਪ੍ਰੈਸ਼ਨ ਬਦਲੇ ਹੋਏ ਸੀ, ਬਹੁਤ ਘਬਰਾ ਰਹੀ ਸੀ। ਜਦੋਂ ਮੈਂ ਆਪਣੇ ਕਮਰੇ 'ਚ ਗਿਆ ਤਾਂ ਮੈਂ ਹੈਰਾਨ ਰਹਿ ਗਿਆ, ਕਿਉਂਕਿ ਅੱਜ ਮੇਰੇ ਕਮਰੇ ਵਿੱਚ ਕੁਰਸੀ 'ਤੇ ਮਰਦ ਦੀ ਸ਼ਰਟ ਰੱਖੀ ਹੋਈ ਸੀ। ਮੈਂ ਪਰੇਸ਼ਾਨ ਹੋ ਗਿਆ। ਫਿਰ ਮੈਂ ਉਸ ਸ਼ਰਟ ਨੂੰ ਚੁੱਕਿਆ ਅਤੇ ਆਪਣੀ ਪਤਨੀ ਵੱਲ ਸਵਾਲੀਆ ਨਜ਼ਰ ਨਾਲ ਦੇਖਿਆ ਅਤੇ ਕਿਹਾ ਇਹ ਸ਼ਰਟ ਕਿਸ ਦੀ ਆ ਅਤੇ ਘਰ ਵਿੱਚ ਕਿਵੇਂ ਆਈ। ਮੇਰੀ ਪਤਨੀ ਦੇ ਚਿਹਰੇ 'ਤੇ ਪਸੀਨਾ ਆ ਰਿਹਾ ਸੀ। ਉਹ ਕਹਿਣ ਲੱਗੀ ਮੈਂ ਤੁਹਾਨੂੰ ਦੱਸਿਆ ਤਾਂ ਸੀ, ਮੈਂ ਕੱਪੜੇ ਸਿਲਾਈ ਕਰਨ ਦਾ ਕੰਮ ਕਰਦੀ ਹਾਂ। ਗੁਆਂਢ ਵਾਲੀ ਔਰਤ ਆਪਣੇ ਪਤੀ ਦੀ ਸ਼ਰਟ ਸਿਲਾਈ ਕਰਵਾਉਣ ਆਈ ਸੀ। ਸ਼ਰਟ ਦੀ ਸਿਲਾਈ ਉੱਧੜ ਗਈ ਸੀ। ਮੈਂ ਸਿਲਾਈ ਕਰ ਦਿੱਤੀ। ਕੱਲ੍ਹ ਨੂੰ ਸ਼ਰਟ ਵਾਪਸ ਕਰ ਦੇਵਾਂਗੀ। ਉਹ ਔਰਤ ਆਪਣੇ ਲਈ ਫਰੂਟ ਲੈ ਕੇ ਆਈ ਸੀ। ਉਸ ਨੇ ਕਿਹਾ ਕਿ ਮੈਂ ਤੇਰੇ ਕੰਮ ਤੋਂ ਖੁਸ਼ ਹਾਂ ਅਤੇ ਤੇਰੇ ਲਈ ਫਰੂਟ ਲੈ ਕੇ ਆਈ ਹਾਂ। ਮੈਂ ਦੇਖਿਆ ਕਿ ਬਹੁਤ ਸਾਰੇ ਫਰੂਟ ਟੇਬਲ 'ਤੇ ਪਏ ਸੀ। ਮੈਂ ਇੰਨੇ ਫਰੂਟ ਦੇਖ ਕੇ ਦੰਗ ਰਹਿ ਗਿਆ ਅਤੇ ਸੋਚਣ ਲੱਗਿਆ ਕਿ ਇਹ ਗੁਆਂਢ ਵਾਲੀ ਔਰਤ ਸਾਡੇ 'ਤੇ ਜ਼ਿਆਦਾ ਹੀ ਮਿਹਰਬਾਨੀ ਨਹੀਂ ਹੋ ਰਹੀ। ਮੈਂ ਹੈਰਾਨ ਹੋ ਰਿਹਾ ਸੀ ਕਿ ਮੁਹੱਲੇ ਦੀ ਅਜਿਹੀ ਕਿਹੜੀ ਔਰਤ ਆ ਜੋ ਮੇਰੀ ਪਤਨੀ ਤੋਂ ਕਦੇ ਆਪਣੇ ਪਤੀ ਦੀ ਘੜੀ ਠੀਕ ਕਰਵਾਉਣ ਆਉਂਦੀ ਆ, ਕਦੇ ਸ਼ਰਟ ਸਿਲਾਈ ਕਰਵਾਉਣ ਆਉਂਦੀ ਆ ਅਤੇ ਫਿਰ ਬਦਲੇ 'ਚ ਕਦੇ ਉਸ ਨੂੰ ਪੈਸੇ ਦੇ ਜਾਂਦੀ ਆ ਅਤੇ ਕਦੇ ਫਰੂਟ ਦੇ ਜਾਂਦੀ ਆ। ਅੱਜ ਮੈਨੂੰ ਆਪਣੀ ਪਤਨੀ 'ਤੇ ਯਕੀਨ ਹੋ ਗਿਆ ਕਿ ਉਹ ਝੂਠ ਬੋਲ ਰਹੀ ਆ। ਮੈਂ ਆਪਣੀ ਪਤਨੀ ਦਾ ਸੱਚ ਜਾਣਨਾ ਚਾਹੁੰਦਾ ਸੀ, ਕਿਉਂਕਿ ਮੇਰੇ ਕੋਲ ਕੋਈ ਵੀ ਸਬੂਤ ਨਹੀਂ ਸੀ ਜੋ ਉਸ ਨੂੰ ਦਿਖਾ ਸਕਾਂ। ਉਹ ਮੇਰੀ ਮੁਹੱਬਤ ਸੀ ਅਤੇ ਬਿਨਾਂ ਸਬੂਤ ਤੋਂ ਮੈਂ ਉਸ 'ਤੇ ਕੋਈ ਇਲਜ਼ਾਮ ਨਹੀਂ ਲਗਾ ਸਕਦਾ ਸੀ। ਮੈਂ ਜਾਣਦਾ ਸੀ ਕਿ ਮੇਰੀ ਪਤਨੀ ਝੂਠ ਬੋਲ ਰਹੀ ਆ, ਕਿਉਂਕਿ ਜਦੋਂ ਵੀ ਮੇਰੀ ਪਤਨੀ ਝੂਠ ਬੋਲਦੀ ਸੀ ਤਾਂ ਉਸ ਦੇ ਚਿਹਰੇ ਦੇ ਐਕਸਪ੍ਰੈਸ਼ਨ ਅਲੱਗ ਹੀ ਹੁੰਦੇ ਸੀ ਅਤੇ ਇਸ ਵਾਰ ਵੀ ਮੇਰੀ ਪਤਨੀ ਦੇ ਚਿਹਰੇ ਦੇ ਐਕਸਪ੍ਰੈਸ਼ਨ ਕੁਝ ਅਜਿਹੀ ਸੀ। ਇਸ ਲਈ ਮੈਨੂੰ ਆਪਣੀ ਪਤਨੀ 'ਤੇ ਬਹੁਤ ਗੁੱਸਾ ਆ ਰਿਹਾ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕਿਤੇ ਮੇਰੀ ਪਤਨੀ ਨੂੰ ਔਰਤ ਨਹੀਂ ਬਲਕਿ ਕੋਈ ਮਰਦ ਤਾਂ ਮਿਲਣ ਦੇ ਲਈ ਨਹੀਂ ਆ ਰਿਹਾ, ਕਿਉਂਕਿ ਮੈਨੂੰ ਆਪਣੇ ਘਰ 'ਚ ਕੁਝ ਅਜਿਹੀਆਂ ਨਿਸ਼ਾਨੀਆਂ ਮਿਲ ਗਈਆਂ। ਪਰ ਮੇਰੀ ਪਤਨੀ ਤਾਂ ਮੈਨੂੰ ਪਿਆਰ ਕਰਦੀ ਸੀ, ਉਹ ਮੇਰੇ ਨਾਲ ਬੇਵਫਾਈ ਕਿਵੇਂ ਕਰ ਸਕਦੀ ਆ। ਮੈਂ ਆਪਣੇ ਦਿਮਾਗ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਫਿਰ ਮੈਂ ਸੋਚਿਆ ਕਿ ਮੈਨੂੰ ਆਪਣੇ ਦਿਮਾਗ ਨੂੰ ਕਨਫਿਊਜ਼ਨ ਵਿੱਚ ਨਹੀਂ ਪਾਉਣਾ ਚਾਹੀਦਾ ਅਤੇ ਆਪਣੀ ਪਤਨੀ ਦਾ ਸੱਚ ਸਾਹਮਣੇ ਲਿਆਉਣਾ ਚਾਹੀਦਾ। ਫਿਰ ਮੈਨੂੰ ਪਤਾ ਲੱਗੇਗਾ ਕਿ ਕੀ ਸੱਚ ਆ। ਮੇਰੀ ਪਤਨੀ ਨੂੰ ਘਰ ਵਿੱਚ ਔਰਤ ਮਿਲਣ ਆਉਂਦੀ ਹੈ ਜਾਂ ਕੋਈ ਮਰਦ। ਮੈਂ ਕੋਈ ਅਜਿਹਾ ਪਲਾਨ ਬਣਾਉਣਾ ਚਾਹੁੰਦਾ ਸੀ ਜਿਸ ਨਾਲ ਮੇਰੀ ਪਤਨੀ ਦੀ ਸੱਚਾਈ ਮੇਰੇ ਸਾਹਮਣੇ ਆ ਸਕੇ। ਉਸ ਰਾਤ ਮੈਂ ਚੁੱਪਚਾਪ ਸੌਂ ਗਿਆ, ਪਰ ਸੁਬਾਹ ਉੱਠ ਕੇ ਮੈਂ ਤਿਆਰ ਹੋਣ ਲੱਗ ਗਿਆ ਤਾਂ ਮੇਰੀ ਪਤਨੀ ਕਹਿਣ ਲੱਗੀ ਤੁਸੀਂ ਕਿੱਥੇ ਜਾ ਰਹੇ ਹੋ। ਮੈਂ ਕਿਹਾ ਰੇਖਾ, ਮੈਨੂੰ ਸ਼ਹਿਰ 'ਚ ਲੋਕਾਂ ਦੇ ਘਰ ਕੰਮ ਕਰਨ ਦੇ ਲਈ ਜਾਣਾ। ਅੱਜ ਰਾਤ ਮੈਨੂੰ ਆਉਣ 'ਚ ਦੇਰ ਹੋ ਜਾਵੇਗੀ। ਤੂੰ ਘਰ ਦਾ ਦਰਵਾਜ਼ਾ ਚੰਗੀ ਤਰ੍ਹਾਂ ਬੰਦ ਕਰ ਲਵੀਂ। ਹਰ ਵਾਰ ਘਰ ਦਾ ਦਰਵਾਜ਼ਾ ਖੁੱਲ੍ਹਾ ਹੀ ਹੁੰਦਾ। ਮੇਰੀ ਪਤਨੀ ਮੇਰੀ ਗੱਲ ਸੁਣ ਕੇ ਕਹਿਣ ਲੱਗੀ ਤੁਸੀਂ ਬਿਲਕੁਲ ਸਹੀ ਕਹਿ ਰਹੀ ਹੋ, ਮੈਂ ਦਰਵਾਜ਼ਾ ਚੰਗੀ ਤਰ੍ਹਾਂ ਬੰਦ ਕਰ ਲਵਾਂਗੀ। ਮੈਂ ਸਵੇਰੇ ਨਾਸ਼ਤਾ ਕਰਕੇ ਘਰ 'ਚੋਂ ਨਿਕਲ ਗਿਆ। ਫਿਰ ਮੈਂ ਗਲੀ ਦੀ ਨੁੱਕਰ 'ਚ ਚਿਹਰਾ ਲੁਕੋ ਕੇ ਖੜ੍ਹ ਗਿਆ ਅਤੇ ਮੇਰੀ ਪਤਨੀ ਮੈਨੂੰ ਦੇਖ ਨਾ ਲਵੇ ਕਿ ਮੈਂ ਸ਼ਹਿਰ ਨਹੀਂ ਗਿਆ, ਬਲਕਿ ਗਲੀ ਵਿੱਚ ਹੀ ਛੁਪ ਕੇ ਖੜ੍ਹਾਂ। ਮੇਰੀ ਪਤਨੀ ਨੇ ਮੇਰੇ ਜਾਣ ਤੋਂ ਬਾਅਦ ਘਰ ਦਾ ਦਰਵਾਜ਼ਾ ਤਾਂ ਚੰਗੀ ਤਰ੍ਹਾਂ ਬੰਦ ਕਰ ਲਿਆ, ਪਰ ਮੈਂ ਗਲੀ ਦੀ ਨੁੱਕਰ 'ਤੇ ਇੱਧਰ ਉੱਧਰ ਟਹਿਲ ਰਿਹਾ ਸੀ। ਮੈਂ ਦੇਖਣਾ ਚਾਹੁੰਦਾ ਸੀ ਕਿ ਅੱਜ ਮੇਰੇ ਘਰ ਕੌਣ ਆਉਂਦਾ। ਮੈਂ ਆਪਣੇ ਘਰ 'ਤੇ ਪੂਰੀ ਨਜ਼ਰ ਰੱਖੀ ਹੋਈ ਸੀ ਕਿ ਮੇਰੇ ਜਾਣ ਤੋਂ ਬਾਅਦ ਮੇਰੇ ਘਰ 'ਚ ਕੌਣ ਆਵੇਗਾ, ਪਰ ਸੁਬਾਹ ਤੋਂ ਦੁਪਹਿਰ ਹੋ ਗਈ, ਮੇਰੇ ਘਰ 'ਚ ਕੋਈ ਨਹੀਂ ਆਇਆ। ਮੈਂ ਘਰ ਦੇ ਸਾਹਮਣੇ ਇੱਧਰ ਉੱਧਰ ਘੁੰਮ ਰਿਹਾ ਸੀ ਕਿ ਆਪਣੇ ਘਰ ਦੇ ਦਰਵਾਜ਼ੇ 'ਤੇ ਨਜ਼ਰ ਰੱਖੀ ਹੋਈ ਸੀ। ਫਿਰ ਸ਼ਾਮ ਨੂੰ ਇੱਕ ਆਦਮੀ ਬਾਈਕ 'ਤੇ ਮੇਰੇ ਘਰ ਵੱਲ ਆ ਰਿਹਾ ਸੀ। ਮੈਂ ਆਪਣਾ ਚਿਹਰਾ ਛੁਪਾ ਕੇ ਉਸ ਆਦਮੀ ਦਾ ਪਿੱਛਾ ਕਰ ਰਿਹਾ ਸੀ ਕਿ ਇਹ ਦੇਖਣਾ ਚਾਹੁੰਦਾ ਸੀ ਕਿ ਇਹ ਆਦਮੀ ਕੌਣ ਆ। ਉਹ ਆਦਮੀ ਨੇ ਆਪਣੀ ਬਾਈਕ ਮੇਰੇ ਘਰ ਦੇ ਦਰਵਾਜ਼ੇ ਅੱਗੇ ਖੜ੍ਹੀ ਕਰ ਦਿੱਤੀ। ਫਿਰ ਉਸਨੇ ਆਪਣੀ ਬਾਈਕ ਸਾਈਡ 'ਤੇ ਲਗਾ ਦਿੱਤੀ ਅਤੇ ਉੱਤਰ ਕੇ ਮੇਰੇ ਘਰ ਦਾ ਦਰਵਾਜ਼ਾ ਖੜਕਾਉਣ ਲੱਗਿਆ। ਮੈਂ ਇਹ ਦੇਖ ਕੇ ਦੰਗ ਰਹਿ ਗਿਆ, ਕਿਉਂਕਿ ਜੋ ਆਦਮੀ ਮੇਰੇ ਘਰ ਦਾ ਦਰਵਾਜ਼ਾ ਖੜਕਾ ਰਿਹਾ ਸੀ ਮੈਂ ਉਸ ਨੂੰ ਨਹੀਂ ਜਾਣਦਾ ਸੀ। ਮੈਨੂੰ ਅਜੀਬ ਜਿਹੀ ਘਬਰਾਹਟ ਹੋ ਰਹੀ ਸੀ। ਮੈਨੂੰ ਆਪਣੀ ਪਤਨੀ ਨਾਲ ਬਹੁਤ ਨਫ਼ਰਤ ਹੋਣ ਲੱਗੀ। ਕਿਸ ਅਣਜਾਣ ਆਦਮੀ ਦਾ ਮੇਰੇ ਘਰ ਵਿੱਚ ਕੀ ਕੰਮ ਹੋ ਸਕਦਾ। ਉਸ ਸਮੇਂ ਮੇਰੀ ਪਤਨੀ ਘਰ 'ਚ ਬਿਲਕੁਲ ਇਕੱਲੀ ਸੀ। ਮੇਰਾ ਦਿਲ ਤਾਂ ਉਸ ਵਕਤ ਟੁੱਟਿਆ ਸੀ ਜਦੋਂ ਮੇਰੀ ਪਤਨੀ ਨੇ ਦਰਵਾਜ਼ਾ ਖੋਲ੍ਹ ਕੇ ਉਸ ਆਦਮੀ ਨੂੰ ਅੰਦਰ ਬੁਲਾ ਲਿਆ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਨੂੰ ਆਪਣੀ ਪਤਨੀ ਤੋਂ ਅਜਿਹੀ ਉਮੀਦ ਬਿਲਕੁਲ ਵੀ ਨਹੀਂ ਸੀ
ਕਿ ਉਹ ਮੇਰੀ ਗੈਰ ਮੌਜੂਦਗੀ 'ਚ ਕਿਸੇ ਗੈਰ ਮਰਦ ਨੂੰ ਘਰ ਦੇ ਅੰਦਰ ਆਉਣ ਦੀ ਇਜਾਜ਼ਤ ਕਿਵੇਂ ਦੇ ਸਕਦੀ ਆ। ਹੁਣ ਮੈਨੂੰ ਸਮਝ ਆ ਗਿਆ ਕਿ ਮੇਰੀ ਪਤਨੀ ਮੇਰੇ ਘਰ ਵਿੱਚ ਜਾਣ ਤੋਂ ਬਾਅਦ ਕਿਸੇ ਗੈਰ ਮਰਦ ਨੂੰ ਘਰ ਬੁਲਾਉਂਦੀ ਆ। ਇਸ ਲਈ ਮੈਨੂੰ ਘਰ ਵਿੱਚੋਂ ਇੱਕ ਵਾਰ ਮਰਦ ਦੀ ਘੜੀ, ਦੂਜੀ ਵਾਰ ਸ਼ਰਟ ਮਿਲੀ। ਘੜੀ ਅਤੇ ਸ਼ਰਟ ਜ਼ਰੂਰ ਇਸ ਆਦਮੀ ਦਾ ਹੀ ਹੋਵੇਗਾ। ਮੇਰੀ ਪਤਨੀ ਮੈਨੂੰ ਝੂਠ ਬੋਲਦੀ ਆ। ਘਰ ਵਿੱਚ ਗੁਆਂਢਣ ਆਉਂਦੀ ਆ ਤੇ ਘੜੀ ਤੇ ਸ਼ਰਟ ਉਹਦੇ ਪਤੀ ਦੀ ਆ। ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਤੇ ਅੱਜ ਉਸਨੇ ਮੇਰੇ ਪਿਆਰ ਦਾ ਮਜ਼ਾਕ ਬਣਾ ਦਿੱਤਾ। ਜੇ ਉਸਨੂੰ ਮੇਰੇ ਨਾਲ ਰਹਿਣਾ ਪਸੰਦ ਨਹੀਂ ਸੀ ਤਾਂ ਉਹ ਮੈਨੂੰ ਕਹਿ ਸਕਦੀ ਸੀ। ਭਲਾ ਮੈਨੂੰ ਧੋਖਾ ਦੇਣ ਦੀ ਕੀ ਜ਼ਰੂਰਤ ਸੀ। ਮੇਰੀਆਂ ਅੱਖਾਂ 'ਚ ਅਜੀਬ ਜਿਹਾ ਜਨੂੰਨ ਉਤਰ ਆਇਆ। ਮੈਂ ਫੈਸਲਾ ਕਰ ਲਿਆ ਕਿ ਅੱਜ ਮੈਂ ਆਪਣੀ ਪਤਨੀ ਨੂੰ ਰੰਗੇ ਹੱਥੀਂ ਫੜਾਂਗਾ ਤੇ ਮੈਂ ਉਸਨੂੰ ਡਿਵੋਰਸ ਦੇ ਦੇਵਾਂਗਾ ਤੇ ਆਪਣੀ ਜ਼ਿੰਦਗੀ 'ਚੋਂ ਕੱਢ ਦੇਵਾਂਗਾ, ਕਿਉਂਕਿ ਮੈਂ ਕਿਸੇ ਬੇਵਫਾ ਔਰਤ ਨੂੰ ਆਪਣੇ ਘਰ 'ਚ ਜਗ੍ਹਾ ਨਹੀਂ ਦੇ ਸਕਦਾ ਜੋ ਮੇਰੀ ਪਿੱਠ ਪਿੱਛੇ ਗੈਰ ਮਰਦਾਂ ਨੂੰ ਘਰ 'ਚ ਬੁਲਾਉਂਦੀ ਆ। ਮੈਂ ਗੁੱਸੇ 'ਚ ਅੱਗ ਬਬੂਲਾ ਹੋ ਰਿਹਾ ਸੀ। ਫਿਰ ਵੱਡੇ ਕਦਮਾਂ ਨਾਲ ਚੱਲਦਾ ਹੋਇਆ ਘਰ ਦੇ ਅੰਦਰ ਗਿਆ। ਮੇਰੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਪਰ ਲੌਕ ਨਹੀਂ ਸੀ। ਇਸ ਲਈ ਮੈਂ ਜ਼ੋਰਦਾਰ ਝਟਕੇ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਬਹੁਤ ਤੇਜ਼ ਆਵਾਜ਼ ਹੋਈ। ਦਰਵਾਜ਼ੇ ਖੁੱਲ੍ਹਣ ਦੀ ਆਵਾਜ਼ ਸੁਣ ਕੇ ਮੇਰੀ ਪਤਨੀ ਭੱਜ ਕੇ ਬਾਹਰ ਆਈ। ਦੇਖ ਕੇ ਦੰਗ ਰਹਿ ਗਈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਜਦੋਂ ਕਿਸੇ ਇਨਸਾਨ ਦੀ ਚੋਰੀ ਫੜੀ ਜਾਂਦੀ ਆ। ਫਿਰ ਮੇਰੀ ਪਤਨੀ ਮੇਰੇ ਨਜ਼ਦੀਕ ਆਈ ਤੇ ਕਹਿਣ ਲੱਗੀ, ਤੁਸੀਂ ਬਹੁਤ ਜਲਦੀ ਆ ਗਏ, ਕੀ ਹੋਇਆ। ਮੈਂ ਆਪਣੀ ਪਤਨੀ ਨੂੰ ਧੱਕਾ ਮਾਰ ਦਿੱਤਾ ਤੇ ਘਰ ਦੇ ਅੰਦਰ ਤੱਕ ਜਾ ਰਿਹਾ ਸੀ। ਮੈਂ ਕਿਹਾ, ਕਿੱਥੇ ਆ ਉਹ ਆਦਮੀ ਜਿਸ ਨੂੰ ਤੂੰ ਘਰ ਦੇ ਅੰਦਰ ਬੁਲਾਇਆ। ਮੈਂ ਜਲਦੀ ਨਾਲ ਆਪਣੇ ਕਮਰੇ 'ਚ ਗਿਆ ਤਾਂ ਦੇਖਿਆ ਉਹ ਆਦਮੀ ਪੂਰੀ ਤਰ੍ਹਾਂ ਫੈਲ ਕੇ ਕੁਰਸੀ 'ਤੇ ਬੈਠਾ ਸੀ। ਮੈਨੂੰ ਉਸ ਨੂੰ ਦੇਖ ਕੇ ਗੁੱਸਾ ਚੜ੍ਹ ਗਿਆ ਤਾਂ ਮੈਂ ਉਸ ਦਾ ਕਾਲਰ ਫੜ ਲਿਆ ਤੇ ਜ਼ੋਰਦਾਰ ਥੱਪੜ ਉਸ ਦੇ ਮੂੰਹ 'ਤੇ ਮਾਰਿਆ। ਮੇਰਾ ਖੂਨ ਖੌਲ ਗਿਆ। ਮੈਂ ਉਸ ਆਦਮੀ ਨਾਲ ਝਗੜਾ ਕਰ ਰਿਹਾ ਸੀ ਤੇ ਵਾਰ-ਵਾਰ ਇਹੀ ਕਹਿ ਰਿਹਾ ਸੀ ਕਿ ਦੱਸ ਤੂੰ ਕੌਣ ਆ ਤੇ ਮੇਰੀ ਪਤਨੀ ਨੂੰ ਕਿਉਂ ਮਿਲਣ ਆਉਣਾ। ਮੇਰੀ ਪਤਨੀ ਮੈਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਕਹਿ ਰਹੀ ਸੀ, ਇੱਕ ਵਾਰ ਤੁਸੀਂ ਮੇਰੀ ਗੱਲ ਤਾਂ ਸੁਣੋ, ਤੁਸੀਂ ਕੀ ਕਰ ਰਹੇ ਹੋ ਤੇ ਇਹਨਾਂ ਨੂੰ ਛੱਡ ਦਿਓ। ਤੁਸੀਂ ਨਹੀਂ ਜਾਣਦੇ ਕੌਣ ਆ। ਮੈਂ ਕਿਹਾ, ਮੈਂ ਚੰਗੀ ਤਰ੍ਹਾਂ ਜਾਣਦਾ ਇਹ ਕੌਣ ਆ। ਤੁਸੀਂ ਦੋਨੋਂ ਮਿਲ ਕੇ ਕੀ ਕਰ ਰਹੇ ਹੋ ਤੇ ਮੈਨੂੰ ਬੇਵਕੂਫ ਬਣਾ ਰਹੇ ਹੋ ਤੇ ਤੂੰ ਮੈਨੂੰ ਕਿੰਨੇ ਦਿਨਾਂ ਦੀ ਝੂਠ ਬੋਲ ਰਹੀ ਆ। ਮੈਂ ਉਸ ਆਦਮੀ ਨੂੰ ਲਗਾਤਾਰ ਮਾਰ ਰਿਹਾ ਸੀ ਪਰ ਉਹ ਆਦਮੀ ਪਲਟ ਕੇ ਮੈਨੂੰ ਨਹੀਂ ਮਾਰ ਰਿਹਾ ਸੀ। ਫਿਰ ਮੇਰੀ ਪਤਨੀ ਨੇ ਮੈਨੂੰ ਜ਼ੋਰ ਨਾਲ ਧੱਕਾ ਮਾਰਿਆ ਤੇ ਕਿਹਾ, ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣ ਰਹੇ। ਮੈਂ ਤੁਹਾਨੂੰ ਕਹਿ ਰਹੀ ਹਾਂ ਨਾ, ਰੁਕ ਜਾਓ, ਇਹਨਾਂ ਨੂੰ ਨਾ ਮਾਰੋ, ਇਹ ਮੇਰਾ ਭਰਾ। ਆਪਣੀ ਪਤਨੀ ਦੀ ਗੱਲ ਸੁਣ ਕੇ ਮੇਰੇ ਹੱਥ ਪੈਰ ਰੁਕ ਗਏ। ਮੈਂ ਆਪਣੀ ਪਤਨੀ ਵੱਲ ਦੇਖਿਆ। ਮੇਰੀ ਪਤਨੀ ਰੋ ਰੋ ਕੇ ਕਹਿ ਰਹੀ ਸੀ ਕਿ ਇਹ ਮੇਰਾ ਵੱਡਾ ਭਰਾ। ਮੈਂ ਕਿਹਾ, ਤੂੰ ਝੂਠ ਬੋਲ ਰਹੀ ਆ। ਉਸਨੇ ਕਿਹਾ, ਨਹੀਂ, ਮੈਂ ਬਿਲਕੁਲ ਸੱਚ ਕਹਿ ਰਹੀ ਹਾਂ। ਮੇਰਾ ਵੱਡਾ ਭਰਾ ਤੇ ਮੈਨੂੰ ਮਿਲਣ ਦੇ ਲਈ ਆਉਂਦਾ। ਤੁਸੀਂ ਗਲਤ ਸਮਝ ਰਹੇ ਹੋ। ਤੁਸੀਂ ਮੇਰੀ ਗੱਲ ਸਕੂਨ ਨਾਲ ਸੁਣੋ ਤਾਂ ਮੈਂ ਤੁਹਾਨੂੰ ਸਭ ਕੁਝ ਸਮਝਾ ਦੇਵਾਂ, ਪਰ ਤੁਸੀਂ ਤਾਂ ਇੰਨੇ ਗੁੱਸੇ 'ਚ ਕੁਝ ਸੁਣਨ ਨੂੰ ਤਿਆਰ ਹੀ ਨਹੀਂ। ਮੈਂ ਆਪਣੀ ਪਤਨੀ ਦੀ ਗੱਲ ਸੁਣ ਕੇ ਮੇਰੇ ਹੱਥ ਪੈਰ ਢਿੱਲੇ ਪੈ ਗਏ। ਫਿਰ ਉਹ ਆਦਮੀ ਨੇ ਮੇਰੇ ਤੋਂ ਆਪਣੇ ਆਪ ਨੂੰ ਛੁਡਾ ਲਿਆ। ਮੇਰੀ ਪਤਨੀ ਉਹ ਆਦਮੀ ਕੋਲ ਗਈ ਤੇ ਕਹਿਣ ਲੱਗੀ, ਵੀਰੇ ਤੁਸੀਂ ਠੀਕ ਹੋ, ਤੁਸੀਂ ਆਰਾਮ ਨਾਲ ਬੈਠੋ, ਮੈਂ ਤੁਹਾਡੇ ਲਈ ਪਾਣੀ ਲੈ ਕੇ ਆਉਣੀ ਆ। ਫਿਰ ਉਹ ਆਦਮੀ ਬੈੱਡ 'ਤੇ ਬੈਠ ਗਿਆ ਤੇ ਮੈਨੂੰ ਘੂਰ-ਘੂਰ ਕੇ ਦੇਖ ਰਿਹਾ ਸੀ, ਜਦ ਕਿ ਮੈਂ ਵੀ ਉਸ ਨੂੰ ਘੂਰ ਕੇ ਦੇਖ ਰਿਹਾ ਸੀ। ਫਿਰ ਮੇਰੀ ਪਤਨੀ ਸਾਡੇ ਦੋਹਾਂ ਲਈ ਪਾਣੀ ਲੈ ਕੇ ਆਈ ਤੇ ਕਹਿਣ ਲੱਗੀ, ਤੁਸੀਂ ਦੋਨੇ ਪਾਣੀ ਪੀਵੋ ਤੇ ਸ਼ਾਂਤ ਹੋ ਜਾਵੋ, ਮੈਂ ਤੁਹਾਨੂੰ ਦੱਸਦੀ ਹਾਂ ਕਿ ਸੱਚਾਈ ਕੀ ਆ। ਮੇਰੀ ਪਤਨੀ ਕਹਿਣ ਲੱਗੀ, ਸ਼ੇਖਰ, ਇਹ ਮੇਰਾ ਵੱਡਾ ਭਰਾ। ਤੁਸੀਂ ਉਸ ਦਿਨ ਉਹ ਘੜੀ ਦੇਖੀ ਸੀ। ਦਰਅਸਲ ਵੀਰੇ ਨੇ ਇੱਥੇ ਆ ਕੇ ਆਪਣੇ ਹੱਥ ਧੋਤੇ ਸੀ ਤੇ ਘੜੀ 'ਚ ਪਾਣੀ ਪੈ ਗਿਆ। ਉਹ ਘੜੀ ਇਹਨਾਂ ਨੇ ਉਤਾਰ ਕੇ ਰੱਖ ਦਿੱਤੀ ਪਰ ਵਾਪਸੀ ਸਮੇਂ ਘੜੀ ਚੱਕਣਾ ਭੁੱਲ ਗਏ। ਉਸ ਦਿਨ ਤੁਸੀਂ ਸ਼ਰਟ ਦੇਖੀ ਸੀ, ਉਹ ਵੀ ਵੀਰੇ ਦੀ ਸ਼ਰਟ ਸੀ। ਜਦੋਂ ਵੀਰਾ ਮੈਨੂੰ ਮਿਲਣ ਆਇਆ ਤਾਂ ਆਪਣੇ ਘਰ ਬਹੁਤ ਜ਼ਿਆਦਾ ਗਰਮੀ ਸੀ। ਬਿਜਲੀ ਬੰਦ ਹੋ ਗਈ। ਤੁਸੀਂ ਜਾਣਦੇ ਹੋ ਪਿੰਡ 'ਚ ਬਿਜਲੀ ਬਹੁਤ ਘੱਟ ਆਉਂਦੀ ਆ ਤੇ ਵੀਰੇ ਨੂੰ ਬਹੁਤ ਗਰਮੀ ਲੱਗ ਰਹੀ ਸੀ ਤਾਂ ਉਸਨੇ ਆਪਣੀ ਸ਼ਰਟ ਉਤਾਰ ਕੇ ਰੱਖ ਦਿੱਤੀ। ਉਹਨਾਂ ਦੀ ਸ਼ਰਟ ਪਸੀਨੇ ਨਾਲ ਬੁਰੀ ਤਰ੍ਹਾਂ ਭਿੱਜ ਗਈ। ਫਿਰ ਮੈਂ ਤੁਹਾਡੀ ਸ਼ਰਟ ਵੀਰੇ ਨੂੰ ਪਾਉਣ ਲਈ ਦੇ ਦਿੱਤੀ ਤੇ ਵੀਰਾ ਤੁਹਾਡੀ ਸ਼ਰਟ ਪਾ ਕੇ ਵਾਪਸ ਚਲਾ ਗਿਆ। ਦਰਅਸਲ ਆਪਣੇ ਮੁਹੱਲੇ 'ਚ ਮੇਰੀ ਇੱਕ ਫਰੈਂਡ ਰਹਿੰਦੀ ਆ। ਉਸਨੇ ਵੀਰੇ ਨੂੰ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ ਸੀ ਕਿ ਤੁਹਾਡੀ ਭੈਣ ਸਾਡੇ ਮੁਹੱਲੇ 'ਚ ਰਹਿੰਦੀ ਆ ਤੇ ਬਹੁਤ ਮੁਸ਼ਕਲ ਭਰੇ ਦਿਨ ਗੁਜ਼ਾਰ ਰਹੀ ਆ, ਪਰ ਫਿਰ ਵੀ ਵਿਚਾਰੀ ਆਪਣੇ ਰਿਸ਼ਤੇ ਨੂੰ ਨਿਭਾ ਰਹੀ ਆ। ਇਹ ਸਭ ਕੁਝ ਸੁਣ ਕੇ ਵੀਰੇ ਤੋਂ ਰਿਹਾ ਨਾ ਗਿਆ ਤੇ ਉਹ ਮੈਨੂੰ ਮਿਲਣ ਦੇ ਲਈ ਆ ਗਿਆ। ਉਹਦਾ ਤੁਸੀਂ ਘਰ ਨਹੀਂ। ਵੀਰੇ ਨੇ ਜਦੋਂ ਆਪਣੇ ਘਰੇਲੂ ਹਾਲਾਤ ਦੇਖੇ ਤਾਂ ਉਹ ਬਹੁਤ ਅਫਸੋਸ ਕਰਨ ਲੱਗਿਆ, ਕਿਉਂਕਿ ਮੈਂ ਅਮੀਰ ਬਾਪ ਦੀ ਬੇਟੀ ਹਾਂ ਤੇ ਅੱਜ ਤੱਕ ਮੈਨੂੰ ਤਾਂ ਉਹਨਾਂ ਨੇ ਕਦੇ ਗਰਮੀ ਸਰਦੀ ਦਾ ਅਹਿਸਾਸ ਨਹੀਂ ਹੋਣ ਦਿੱਤਾ ਸੀ। ਫਿਰ ਵੀਰੇ ਨੇ ਦੇਖਿਆ ਕਿ ਘਰ ਵੀ ਬਹੁਤ ਛੋਟਾ, ਸਮਾਨ ਵੀ ਪੂਰਾ ਨਹੀਂ, ਤੁਹਾਡੀ ਸੈਲਰੀ ਵੀ ਘੱਟ ਆ ਤੇ ਆਪਾਂ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਕਰਦੇ ਹਾਂ, ਕਿਉਂਕਿ ਵੀਰਾ
ਮੇਰੇ ਤੋਂ ਤੁਹਾਡੇ ਬਾਰੇ ਆ ਸਭ ਕੁਝ ਪੁੱਛ ਚੁੱਕਿਆ। ਉਸ ਦਿਨ ਜੋ ਪੈਸੇ ਮੈਂ ਤੁਹਾਨੂੰ ਦਿੱਤੇ ਸੀ ਉਹ ਪੈਸੇ ਵੀਰਾ ਮੈਨੂੰ ਦੇ ਕੇ ਗਿਆ ਸੀ। ਉਹ ਮੇਰੀ ਤੇ ਤੁਹਾਡੀ ਮਦਦ ਕਰਨਾ ਚਾਹੁੰਦਾ ਸੀ, ਪਰ ਮੈਂ ਤੁਹਾਨੂੰ ਡਾਇਰੈਕਟਲੀ ਨਹੀਂ ਦੱਸ ਸਕਦੀ ਸੀ ਕਿ ਪੈਸੇ ਮੈਨੂੰ ਵੀਰੇ ਨੇ ਦਿੱਤੇ ਆ, ਕਿਉਂਕਿ ਮੈਂ ਜਾਣਦੀ ਸੀ ਕਿ ਤੁਸੀਂ ਹਰਟ ਹੋਵੋਗੇ, ਕਿ ਤੁਸੀਂ ਮੈਨੂੰ ਵਧੀਆ ਲਾਈਫ ਨਹੀਂ ਦੇ ਸਕੇ। ਮੈਂ ਤੁਹਾਡੇ ਕੋਲ ਝੂਠ ਬੋਲ ਦਿੱਤਾ, ਪਰ ਪੈਸੇ ਮੈਨੂੰ ਵੀਰਾ ਦੇ ਕੇ ਗਿਆ ਸੀ ਤੇ ਮੈਂ ਕਹਿ ਦਿੱਤਾ ਕਿ ਉਸ ਗਵਾਂਢਣ ਨੇ ਮੈਨੂੰ ਸਿਲਾਈ ਦੇ ਪੈਸੇ ਦਿੱਤੇ ਆ। ਫਿਰ ਵੀਰੇ ਨੇ ਮੈਨੂੰ ਕਾਲ ਕੀਤੀ ਤੇ ਕਿਹਾ ਕਿ ਜਦੋਂ ਤੇਰਾ ਪਤੀ ਘਰ ਨਾ ਹੋਇਆ ਤਾਂ ਮੈਂ ਤੈਨੂੰ ਮਿਲਣ ਆਵਾਂਗਾ। ਫਿਰ ਉਸ ਦਿਨ ਤੁਸੀਂ ਕੰਮ ਕਰਨ ਸ਼ਹਿਰ ਗਏ ਤਾਂ ਮੈਂ ਕਾਲ ਕਰਕੇ ਵੀਰੇ ਨੂੰ ਬੁਲਾ ਲਿਆ। ਵੀਰਾ ਮੇਰੇ ਲਈ ਉਸ ਦਿਨ ਫਰੂਟ ਲੈ ਕੇ ਆਇਆ ਸੀ। ਅੱਜ ਵੀ ਮੈਂ ਵੀਰੇ ਨੂੰ ਕਾਲ ਕਰਕੇ ਬੁਲਾਇਆ, ਕਿਉਂਕਿ ਵੀਰਾ ਵੀ ਮੈਨੂੰ ਮਿਲਣਾ ਚਾਹੁੰਦਾ ਸੀ ਤੇ ਮੈਂ ਵੀ ਉਹਨਾਂ ਨੂੰ ਦੇਖਣਾ ਚਾਹੁੰਦੀ ਸੀ। ਮੈਂ ਆਪਣੇ ਪੇਕੇ ਘਰ ਤਾਂ ਨਹੀਂ ਜਾ ਸਕਦੀ, ਪਰ ਮੈਂ ਇਸ ਤਰ੍ਹਾਂ ਆਪਣੇ ਵੀਰੇ ਨੂੰ ਦੇਖ ਕੇ ਦਿਲ ਭਰ ਲੈਂਦੀ ਹਾਂ। ਮੈਂ ਜਾਣਦੀ ਹਾਂ ਕਿ ਮੇਰੇ ਇੰਨੇ ਸਾਰੇ ਝੂਠ ਬੋਲਣ 'ਤੇ ਤੁਹਾਡੇ ਮਨ 'ਚ ਮੇਰੇ ਲਈ ਸ਼ੱਕ ਆ ਜਾਵੇਗਾ, ਪਰ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਤੁਸੀਂ ਸੋਚੋਗੇ ਕਿ ਮੈਂ ਕਿਸੇ ਮਰਦ ਦੇ। ਸ਼ੇਖਰ, ਅਜਿਹਾ ਕੁਝ ਵੀ ਨਹੀਂ ਜੋ ਤੁਸੀਂ ਸੋਚ ਰਹੇ ਹੋ। ਪਲੀਜ਼ ਮੈਨੂੰ ਮਾफ़ ਕਰ ਦਿਓ, ਮੈਂ ਤੁਹਾਨੂੰ ਝੂਠ ਬੋਲਿਆ। ਵੀਰਾ ਸਿਰਫ ਆਪਣੀ ਭੈਣ ਦੀ ਮਦਦ ਕਰਨਾ ਚਾਹੁੰਦਾ, ਉਹ ਆਪਣੀ ਭੈਣ ਨੂੰ ਤਕਲੀਫ ਵਿੱਚ ਨਹੀਂ ਦੇਖ ਸਕਦਾ। ਮੈਂ ਜੋ ਕੁਝ ਵੀ ਕੀਤਾ ਵੀਰੇ ਨੇ ਮੇਰੀ ਨਾਦਾਨੀ ਸਮਝ ਕੇ ਮਾफ़ ਕਰ ਦਿੱਤਾ। ਮੈਂ ਆਪਣੀ ਪਤਨੀ ਦੀ ਗੱਲ ਸੁਣ ਕੇ ਸ਼ਰਮਿੰਦਾ ਹੋ ਗਿਆ। ਮੈਨੂੰ ਇਸ ਤਰ੍ਹਾਂ ਆਪਣੀ ਪਤਨੀ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਸੀ ਤੇ ਨਾ ਹੀ ਮੈਨੂੰ ਆਪਣੇ ਪਤਨੀ ਦੇ ਭਰਾ ਨੂੰ ਇਸ ਤਰ੍ਹਾਂ ਮਾਰਨਾ ਚਾਹੀਦਾ ਸੀ। ਫਿਰ ਮੈਂ ਹੱਥ ਜੋੜ ਕੇ ਆਪਣੀ ਪਤਨੀ ਦੇ ਭਰਾ ਤੋਂ ਮਾफ़ੀ ਮੰਗੀ। ਉਸ ਨੇ ਮੈਨੂੰ ਮਾफ़ ਕਰ ਦਿੱਤਾ, ਪਰ ਅੱਜ ਮੇਰੀ ਗੈਰਤ ਜਾਗ ਉੱਠੀ ਸੀ। ਮੈਂ ਆਪਣੀ ਪਤਨੀ ਨੂੰ ਉਸਦੇ ਪੇਕੇ ਘਰ ਵਾਲੀ ਐਸ਼ ਆਰਾਮ ਵਾਲੀ ਜ਼ਿੰਦਗੀ ਨਹੀਂ ਦੇ ਸਕਿਆ, ਜਦ ਕਿ ਮੇਰੀ ਵਜ੍ਹਾ ਕਰਕੇ ਹੀ ਉਹ ਆਪਣੇ ਪੇਰੈਂਟਸ ਤੋਂ ਅਲੱਗ ਹੋਈ ਸੀ। ਮੇਰਾ ਤਾਂ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਸੀ ਤੇ ਮੈਨੂੰ ਇਕੱਲੇਪਣ ਦਾ ਅਹਿਸਾਸ ਚੰਗੀ ਤਰ੍ਹਾਂ ਪਤਾ ਸੀ, ਪਰ ਮੇਰੀ ਪਤਨੀ ਦਾ ਇਸ ਦੁਨੀਆ 'ਚ ਪੂਰਾ ਭਰਿਆ ਪਰਿਵਾਰ ਸੀ। ਉਸ ਦੀ ਤਕਲੀਫ ਨੂੰ ਮੈਂ ਚੰਗੀ ਤਰ੍ਹਾਂ ਸਮਝ ਸਕਦਾ ਸੀ। ਮੈਂ ਰੇਖਾ ਦੇ ਭਰਾ ਨੂੰ ਕਿਹਾ, ਅਸੀਂ ਜੋ ਕੁਝ ਵੀ ਕੀਤਾ ਸਾਡੀ ਨਾਦਾਨੀ ਸੀ, ਕਿਉਂਕਿ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ, ਸਾਨੂੰ ਮਾफ़ ਕਰ ਦਿਓ। ਉਸ ਨੇ ਕਿਹਾ, ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਮੇਰੇ ਲਈ ਇਹੀ ਬਹੁਤ ਆ। ਫਿਰ ਉਹ ਸਾਨੂੰ ਦੋਹਾਂ ਨੂੰ ਮਿਲ ਕੇ ਆਪਣੇ ਘਰ ਵਾਪਸ ਚਲਾ ਗਿਆ। ਇਸ ਵਾਰ ਰੇਖਾ ਦਾ ਭਰਾ ਉਸ ਲਈ ਕੱਪੜੇ ਲੈ ਕੇ ਆਇਆ ਸੀ। ਸਾਰੀ ਰਾਤ ਟੈਨਸ਼ਨ 'ਚ ਮੈਨੂੰ ਨੀਂਦ ਨਹੀਂ ਆਈ ਕਿ ਮੈਂ ਆਪਣੀ ਪਤਨੀ 'ਤੇ ਸ਼ੱਕ ਕੀਤਾ। ਮੇਰੀ ਪਤਨੀ ਤਾਂ ਬਹੁਤ ਚੰਗੀ ਸੀ, ਉਹ ਵਿਚਾਰੀ ਨੇ ਮੇਰੇ ਲਈ ਆਪਣੇ ਪੇਰੈਂਟਸ ਨੂੰ ਛੱਡ ਦਿੱਤਾ। ਜੋ ਕੁਝ ਅੱਜ ਹੋਇਆ ਸੀ ਉਹ ਬਿਲਕੁਲ ਵੀ ਚੰਗਾ ਨਹੀਂ ਸੀ। ਮੇਰੀ ਪਤਨੀ ਦਾ ਮੂਡ ਬਹੁਤ ਖਰਾਬ ਸੀ ਤੇ ਮੈਂ ਬਹੁਤ ਜ਼ਿਆਦਾ ਸ਼ਰਮਿੰਦਾ ਸੀ। ਮੈਂ ਆਪਣੀ ਸ਼ਰਮਿੰਦਗੀ ਨੂੰ ਦੂਰ ਕਰਨਾ ਚਾਹੁੰਦਾ ਸੀ। ਮੈਂ ਸਵੇਰ ਉੱਠ ਕੇ ਆਪਣੀ ਪਤਨੀ ਨੂੰ ਕਿਹਾ, ਜਲਦੀ ਨਾਲ ਤਿਆਰ ਹੋ ਜਾ, ਮੈਂ ਤੈਨੂੰ ਕਿਤੇ ਲੈ ਕੇ ਚੱਲਦਾ। ਮੇਰੇ ਕਹਿਣ 'ਤੇ ਮੇਰੀ ਪਤਨੀ ਤਿਆਰ ਹੋ ਗਈ। ਫਿਰ ਮੈਂ ਆਪਣੀ ਪਤਨੀ ਨੂੰ ਆਪਣੇ ਨਾਲ ਬਾਹਰ ਲੈ ਕੇ ਚਲਾ ਗਿਆ। ਅਸੀਂ ਬੱਸ 'ਚ ਬੈਠ ਕੇ ਜਾ ਰਹੇ ਸੀ। ਜਿੱਥੇ ਮੈਂ ਆਪਣੀ ਪਤਨੀ ਨੂੰ ਲੈ ਕੇ ਗਿਆ ਤਾਂ ਮੇਰੀ ਪਤਨੀ ਕਹਿਣ ਲੱਗੀ, ਤੁਸੀਂ ਜਾਣਦੇ ਹੋ ਤੁਸੀਂ ਕਿੱਥੇ ਜਾ ਰਹੇ ਹੋ? ਮੈਂ ਉਸ ਨੂੰ ਕਿਹਾ, ਤੂੰ ਪਰੇਸ਼ਾਨ ਨਾ ਹੋ, ਆਪਾਂ ਤੇਰੇ ਮੰਮੀ ਪਾਪਾ ਨੂੰ ਮਿਲਣ ਲਈ ਜਾ ਰਹੇ ਹਾਂ। ਮੈਂ ਤੈਨੂੰ ਉਹਨਾਂ ਨਾਲ ਮਿਲਾ ਕੇ ਵਾਪਸ ਲੈ ਆਵਾਂਗਾ, ਉੱਥੇ ਛੱਡ ਕੇ ਨਹੀਂ ਆਵਾਂਗਾ। ਮੈਂ ਚਾਹੁੰਦਾ ਹਾਂ ਕਿ ਆਪਾਂ ਦੋਨੋਂ ਤੇਰੇ ਮੰਮੀ ਪਾਪਾ ਤੋਂ ਮਾफ़ੀ ਮੰਗ ਲੱਗੇ, ਕਿਉਂਕਿ ਆਪਣੀ ਵਜ੍ਹਾ ਨਾਲ ਉਹਨਾਂ ਦਾ ਦਿਲ ਬਹੁਤ ਦੁਖਿਆ। ਮੇਰੀ ਗੱਲ ਸੁਣ ਕੇ ਮੇਰੀ ਪਤਨੀ ਤਸੱਲੀਬੱਧ ਹੋ ਗਈ। ਫਿਰ ਅਸੀਂ ਦੋਨੋਂ ਉਹਨਾਂ ਦੇ ਘਰ ਦੇ ਅੰਦਰ ਚਲੇ ਗਏ। ਮੈਂ ਆਪਣੀ ਸੱਸ ਤੇ ਸਹੁਰੇ ਤੋਂ ਮਾफ़ੀ ਮੰਗੀ। ਰੇਖਾ ਵੀ ਆਪਣੇ ਪੇਰੈਂਟਸ ਦੇ ਪੈਰਾਂ 'ਚ ਬੈਠ ਕੇ ਰੋਣ ਲੱਗ ਗਈ, ਪਰ ਉਸ ਦੇ ਪੇਰੈਂਟਸ ਨੇ ਰੇਖਾ ਨੂੰ ਆਪਣੇ ਗਲ ਨਾਲ ਲਾ ਲਿਆ, ਕਿਉਂਕਿ ਉਸ ਦੀ ਸ਼ਕਲ ਦੇਖਣ ਨੂੰ ਉਹ ਤਰਸ ਗਏ ਸੀ। ਆਖਰਕਾਰ ਉਹ ਉਹਨਾਂ ਦੀ ਇਕਲੌਤੀ ਬੇਟੀ ਸੀ। ਗਲਤੀ ਤਾਂ ਹਰ ਇਨਸਾਨ ਤੋਂ ਹੋ ਜਾਂਦੀ ਆ। ਉਹਨਾਂ ਨੇ ਸਾਨੂੰ ਮਾफ़ ਕਰ ਦਿੱਤਾ, ਕਿਉਂਕਿ ਅਸੀਂ ਉਹਨਾਂ ਦੇ ਪੈਰਾਂ 'ਚ ਗਿੜਗਿੜਾ ਕੇ ਮਾफ़ੀ ਮੰਗੀ ਸੀ। ਫਿਰ ਉਹਨਾਂ ਨੇ ਖੁਸ਼ੀ-ਖੁਸ਼ੀ ਸਾਨੂੰ ਐਕਸੈਪਟ ਕਰ ਲਿਆ। ਮੇਰੀ ਪਤਨੀ ਆਪਣੇ ਪੇਰੈਂਟਸ ਤੇ ਭਰਾਵਾਂ ਨੂੰ ਮਿਲ ਕੇ ਬਹੁਤ ਖੁਸ਼ ਹੋਈ। ਉਸ ਦਿਨ ਅਸੀਂ ਉਹਨਾਂ ਨੂੰ ਮਿਲ ਕੇ ਵਾਪਸ ਆ ਗਏ, ਪਰ ਉਹ ਸਾਨੂੰ ਵਾਪਸ ਨਹੀਂ ਆਉਣ ਦੇ ਰਹੇ ਸੀ। ਉਸ ਰਾਤ ਅਸੀਂ ਦੋਨੋਂ ਪਤੀ ਪਤਨੀ ਸਕੂਨ ਦੀ ਨੀਂਦ ਸੁੱਤੇ, ਕਿਉਂਕਿ ਉਸ ਤੋਂ ਪਹਿਲਾਂ ਸਾਨੂੰ ਹਰ ਸਮੇਂ ਇਹੀ ਡਰ ਲੱਗਿਆ ਰਹਿੰਦਾ ਸੀ ਕਿ ਰੇਖਾ ਦੇ ਪਾਪਾ ਬਹੁਤ ਪੈਸੇ ਵਾਲੇ ਆ। ਜੇ ਉਹਨਾਂ ਨੂੰ ਸਾਡੇ ਘਰ ਦਾ ਐਡਰੈਸ ਪਤਾ ਲੱਗ ਗਿਆ ਤਾਂ ਉਹ ਸਾਨੂੰ ਨੁਕਸਾਨ ਨਾ ਪਹੁੰਚਾ ਦੇਣ। ਪਰ ਹੁਣ ਸਭ ਕੁਝ ਠੀਕ ਹੋ ਗਿਆ। ਕੁਝ ਦਿਨ ਲੰਘੇ। ਰੇਖਾ ਦੇ ਪੇਰੈਂਟਸ ਨੇ ਕਾਲ ਕਰਕੇ ਸਾਨੂੰ ਆਪਣੇ ਘਰ ਬੁਲਾਇਆ। ਉਹਨਾਂ ਨੇ ਸਾਨੂੰ ਖਾਣੇ 'ਤੇ ਇਨਵਾਈਟ ਕੀਤਾ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਮਿਲਣ 'ਤੇ ਛੋਟੀ ਜਿਹੀ ਪਾਰਟੀ ਔਰਗੇਨਾਈਜ਼ ਕੀਤੀ ਆ। ਥੋੜ੍ਹੇ ਜਿਹੇ ਮਹਿਮਾਨਾਂ ਨੂੰ ਬੁਲਾਇਆ। ਅਸੀਂ ਦੋਨੋਂ ਚੰਗੀ ਤਰ੍ਹਾਂ ਤਿਆਰ ਹੋ ਕੇ ਪਾਰਟੀ 'ਚ ਚਲੇ ਗਏ। ਉਹਨਾਂ ਨੇ ਬੜੀ ਖੁਸ਼ੀ-ਖੁਸ਼ੀ ਸਾਡਾ ਵੈਲਕਮ ਕੀਤਾ। ਫਿਰ ਮੇਰੇ ਸਹੁਰਾ ਸਾਹਿਬ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਮੈਂ ਇੱਕ ਫੈਸਲਾ ਕੀਤਾ, ਮੈਂ ਆਪਣੇ ਜਿਉਂਦੇ ਜੀ ਮੈਂ ਆਪਣੀ ਸਾਰੀ ਪ੍ਰਾਪਰਟੀ ਆਪਣੇ ਦੋਨਾਂ ਬੇਟਿਆਂ ਅਤੇ ਆਪਣੀ ਬੇਟੀ ਦੇ ਨਾਮ ਕਰ ਦਿੱਤੀ ਆ। ਫਿਰ ਸਾਰੇ ਮਹਿਮਾਨਾਂ ਦੇ ਸਾਹਮਣੇ ਮੇਰੇ ਸਹੁਰਾ ਸਾਹਿਬ ਨੇ ਆਪਣੇ ਦੋਨਾਂ ਬੇਟਿਆਂ ਨੂੰ ਉਹਨਾਂ ਦੇ ਹਿੱਸੇ ਦੀ ਪ੍ਰਾਪਰਟੀ ਦੇ ਪੇਪਰ ਦੇ ਦਿੱਤੇ ਤੇ ਮੇਰੀ ਪਤਨੀ ਰੇਖਾ ਨੂੰ ਉਸ ਦੇ ਹਿੱਸੇ ਦੇ ਪ੍ਰਾਪਰਟੀ ਦੇ ਪੇਪਰ ਦੇ ਦਿੱਤੇ। ਮੇਰੀ ਪਤਨੀ ਨੇ ਕਿਹਾ, ਸ਼ੇਖਰ, ਮੈਂ ਚਾਹੁੰਦੀ ਹਾਂ ਕਿ ਤੁਸੀਂ ਮੇਰੇ ਪਾਪਾ ਦੀ ਪ੍ਰਾਪਰਟੀ ਵੇਚ ਕੇ
ਆਪਣਾ ਕੋਈ ਕਾਰੋਬਾਰ ਸ਼ੁਰੂ ਕਰ ਲਓ। ਇਸ ਨਾਲ ਮੇਰੇ ਪੇਰੈਂਟਸ ਨੂੰ ਵੀ ਸਕੂਨ ਮਿਲੇਗਾ ਕਿ ਉਹਨਾਂ ਦੀ ਬੇਟੀ ਖੁਸ਼ ਆ, ਕਿਉਂਕਿ ਜੋ ਕੁਝ ਵੀ ਮੇਰਾ ਉਹ ਸਭ ਤੁਹਾਡਾ ਹੀ ਆ ਅਤੇ ਮਿਹਨਤ ਤਾਂ ਆਪਾਂ ਹੀ ਕਰਨੀ ਆ, ਫਿਰ ਹੀ ਆਪਾਂ ਨੂੰ ਕਾਮਯਾਬੀ ਮਿਲੇਗੀ। ਮੇਰੀ ਪਤਨੀ ਬਿਲਕੁਲ ਸਹੀ ਕਹਿ ਰਹੀ ਸੀ ਅਤੇ ਮਿਹਨਤ ਕਰਨ ਵਿੱਚ ਤਾਂ ਮੈਂ ਕਦੇ ਕੋਈ ਕਮੀ ਨਹੀਂ ਛੱਡੀ। ਫਿਰ ਮੈਂ ਰੇਖਾ ਦੇ ਪਾਪਾ ਦੀ ਪ੍ਰਾਪਰਟੀ ਵੇਚ ਕੇ ਇੱਕ ਹੋਟਲ ਖਰੀਦ ਲਿਆ ਅਤੇ ਅਸੀਂ ਦੋਨੋਂ ਪਤੀ ਪਤਨੀ ਉਸ ਹੋਟਲ 'ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਮੈਂ ਆਪਣੀ ਪਤਨੀ ਨੂੰ ਉਸ ਹੋਟਲ ਦੀ ਮਾਲਕਣ ਬਣਾ ਦਿੱਤਾ ਅਤੇ ਖੁਦ ਹੋਟਲ ਦਾ ਮੈਨੇਜਰ ਬਣ ਗਿਆ। ਕੁਝ ਟਾਈਮ ਬਾਅਦ ਹੀ ਸਾਡੇ ਹੋਟਲ ਦਾ ਕੰਮ ਬਹੁਤ ਵਧੀਆ ਚੱਲ ਪਿਆ। ਫਿਰ ਸਾਡੀ ਦੋਹਾਂ ਦੀ ਮਿਹਨਤ ਰੰਗ ਲੈ ਆਈ। ਅਸੀਂ ਦੋਨੋਂ ਪਤੀ ਪਤਨੀ ਆਪਣੀ ਮਿਹਨਤ 'ਚ ਕਾਮਯਾਬ ਹੋ ਗਏ। ਅਸੀਂ ਦੋਨੋਂ ਪਤੀ ਪਤਨੀ ਅੱਜ ਵੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਇੱਕ ਦੂਜੇ ਨਾਲ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੇ ਹਾਂ। ਮੈਨੂੰ ਮਾਣ ਆ ਕਿ ਮੇਰੀ ਪਤਨੀ ਦਾ ਕਰੈਕਟਰ ਬਹੁਤ ਸਾਫ਼ ਆ ਅਤੇ ਬਹੁਤ ਚੰਗੀ ਗੱਲ ਆ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਵਧੀਆ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ।